ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਇੱਕ ਦਿਨ ਬੈਠੇ ਸਭਾ ਬਜ਼ਾਰੀ। ਜਾਤੀ ਮਲਕ ਵਿਪਰ ਗੁਣ ਭਾਰੀ। ਸਤਿਗੁਰ ਘਰ ਕੋ ਪ੍ਰੋਹਤ ਹੈ। ਆਯੁਧ ਧਾਰੀ ਹਵੈ ਢਿਗ ਰਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਮੇਰੇ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਨ ਸੰਗਤ ਜੀ, ਤੁਹਾਡੇ ਸਾਡੇ ਸਾਰਿਆਂ ਦੇ ਚੰਗੇ ਭਾਗ ਹਨ। ਆਪ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠੇ ਹੋ। ਗੁਰੂ ਜੀ ਦੇ ਚਰਨਾਂ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਹੈ। ਸਤਿਗੁਰੂ ਜੀ ਦਾ ਬੇਅੰਤ ਵਾਰ ਸ਼ੁਕਰ ਹੈ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਸ਼ਹਿਨਸ਼ਾਹ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਸੁਣ ਰਹੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ। ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਗਏ ਗੁਰੂ ਘਰ ਦੇ ਕੀਰਤਨੀਏ ਭਾਈ ਬਾਬਕਰ ਬਾਬੀ ਜੀ। ਸਤਿਗੁਰੂ ਜੀ ਦੇ ਕੋਲੋਂ ਆਗਿਆ ਲਈ ਤੇ ਜਦੋਂ ਤੁਰੇ ਨਾ ਘਰ ਨੂੰ ਤੇ ਰਸਤੇ ਵਿੱਚ ਭਾਈ ਬਾਬਕਰ ਬਾਬੀ ਜੀ ਦਾ ਮਿੱਤਰ ਮਿਲ ਗਿਆ। ਤੇ ਕੱਲ ਆਪ ਜੀ ਨੇ ਸੁਣਿਆ ਆਪਣੇ ਮਿੱਤਰ ਨੂੰ ਭਾਈ ਬਾਬਕਰ ਬਾਬੀ ਜੀ ਕਹਿੰਦੇ ਵੀ ਹੁਣ ਮੈਂ ਫਿਰ ਸੱਚਖੰਡ ਚੱਲਾਂ। ਕਹਿੰਦੇ ਵੇਖੋ ਕੋਈ ਉਹਨਾਂ ਨੂੰ ਦੁੱਖ ਨਹੀਂ ਵੀ ਮੈਂ ਸਰੀਰ ਤਿਆਗਣ ਲੱਗਾ। ਜਾਤੀ ਮਲਕ ਜੀ ਨੇ ਕਿਹਾ ਵੀ ਭਾਈ ਬਾਬਕਰ ਬਾਬੀ ਜੀ ਤੁਸੀਂ ਸਰੀਰ ਤਿਆਗੋ, ਉਮਰ ਮੇਰੀ ਵੀ ਥੋੜ੍ਹੀ ਰਹਿ ਗਈ। ਕਹਿਣ ਲੱਗੇ ਮੇਰੀ ਵੀ ਉਮਰ ਥੋੜ੍ਹੀ ਰਹਿ ਗਈ। ਕਿੰਨੀ ਉਹਨਾਂ ਦੀ ਬੰਦਗੀ ਹੋਏਗੀ। ਸਾਧ ਸੰਗਤ ਜੀ ਜਿਨ੍ਹਾਂ ਨੂੰ ਆਪਣੇ ਆਉਣ ਦਾ ਜਾਣ ਦਾ ਸਾਰੇ ਸਮੇਂ ਦਾ ਗਿਆਨ ਹੈਗਾ ਜੀ। ਆਪਾਂ ਵੇਖੀ ਅਸੀਂ ਸੰਸਾਰੀ ਬੰਦੇ ਹੈਗੇ ਆ, ਸਾਨੂੰ ਇਹਨਾਂ ਗੱਲਾਂ ਦਾ ਨਹੀਂ ਕੱਖ ਪਤਾ ਜੀ। ਭਾਈ ਜਾਤੀ ਮਲਕ ਜੀ ਨੂੰ ਭਾਈ ਬਾਬਕ ਜੀ ਕਹਿੰਦੇ ਵੀ ਅਸੀਂ ਚੱਲੇ ਆ, ਤੇ ਜਾਤੀ ਮਲਕ ਜੀ ਕਹਿੰਦੇ ਤੂੰ ਚੱਲ ਤੇ ਮੈਂ ਵੀ ਮਗਰ ਹੀ ਆਇਆ। ਕਹਿੰਦੇ ਮੇਰਾ ਵੀ ਸਮਾਂ ਪੂਰਾ ਹੋ ਹੀ ਚੁੱਕਾ ਹੈ। ਭਾਈ ਬਾਬਕਰ ਬਾਬੀ ਜੀ ਨੇ ਫਿਰ ਸਰੀਰ ਤਿਆਗਿਆ।
ਘਰ ਜਾ ਕੇ ਬਾਣੀ ਪੜ੍ਹ ਕੇ ਆਰਾਮ ਨਾਲ ਲੰਮੇ ਪੈ ਗਏ ਤੇ ਸਰੀਰ ਤਿਆਗ ਦਿੱਤਾ। ਉਹ ਕਥਾ ਤੁਸੀਂ ਕੱਲ ਸੁਣੀ ਜੀ। ਗੁਰਮੁਖ ਹੋਏ ਸੋ ਭਾਣਾ ਮੰਨੇ, ਭਾਣੇ ਵਿੱਚ ਸੁਖ ਪਾਵਣਿਆ। ਕਿਸ ਤਰ੍ਹਾਂ ਭਾਣਾ ਮੰਨ ਲਿਆ? ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਪਰਮੇਸ਼ਰ ਦਾ ਕੀਤਾ ਹੋਇਆ ਕਿਵੇਂ ਮਿੱਠਾ ਲੱਗਿਆ, ਉਹ ਤੁਸੀਂ ਕੱਲ ਸੁਣਿਆ ਜੀ। ਲੰਮਾ ਸਮਾਂ ਗੁਰੂ ਘਰ 'ਚ ਕੀਰਤਨ ਕੀਤਾ, ਬਾਣੀ ਗਾਈ, ਕਮਾਈ ਵਾਲਾ ਸਰੀਰ ਭਾਈ ਬਾਬਕ ਜੀ ਦਾ ਤੇ ਸਰੀਰ ਤਿਆਗ ਦਿੱਤਾ। ਗੁਰੂ ਸਾਹਿਬ ਜੀ ਨੇ ਬੜੇ ਵਰ ਦਿੱਤੇ ਜੀ। ਕੱਲ ਵੀ ਇੱਕ ਪੰਕਤੀ ਪੜ੍ਹੀ ਸੀ, ਅੱਜ ਵੀ ਸਾਰੇ ਰਲ ਕੇ ਪੜ੍ਹ ਲਈਏ, ਫਿਰ ਅਗਲਾ ਪ੍ਰਸੰਗ ਆਪਾਂ ਆਰੰਭ ਕਰਾਂਗੇ। ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਕੀਆ, ਪ੍ਰਭ ਕਾ ਕੀਆ। ਜਨ ਮੀਠ ਲਗਾਨਾ, ਪ੍ਰਭ ਕਾ ਕੀਆ। ਜਨ ਮੀਠ ਪ੍ਰਭ ਕਾ ਕੀਆ, ਪ੍ਰਭ ਕਾ ਕੀਆ। ਜਨ ਮੀਠ ਲਗਾਨਾ, ਪ੍ਰਭ ਕਾ ਕੀਆ, ਪ੍ਰਭ ਕਾ ਕੀਆ। ਜਨ ਮੀਠ ਪ੍ਰਭ ਕਾ ਕੀਆ, ਪ੍ਰਭ ਕਾ ਕੀਆ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਨ ਆਏ। ਭਾਈ ਬਾਬਕ ਰਬਾਬੀ ਜੀ ਜਿਸ ਪਰਮੇਸ਼ਰ ਦੀ ਅੰਸ਼ ਚੋਂ ਉਪਜੇ, ਉਸੇ ਪਰਮੇਸ਼ਰ ਦੀ ਅੰਸ਼ ਦਾ ਰੂਪ ਹੋ ਗਏ ਜੀ। ਗੁਰਬਾਣੀ ਪੜ੍ਹ ਪੜ੍ਹ ਕੇ, ਗਾ ਗਾ ਕੇ ਜੀਵਨ ਸਫਲਾ ਕੀਤਾ। ਮਹਾਨ ਉੱਚ ਪਦਵੀ ਨੂੰ ਪ੍ਰਾਪਤ ਹੋਏ। ਕੁਝ ਦਿਨ ਹੋ ਗਏ ਉਹਨਾਂ ਦੇ ਸਰੀਰ ਤਿਆਗੇ ਨੂੰ। ਗੁਰੂ ਸਾਹਿਬ ਨੇ ਭਾਈ ਜਾਤੀ ਮਲਕ ਜੀ ਨੂੰ ਦਸਤਾਰ ਦੇ ਕੇ ਭੇਜਿਆ ਵੀ ਭਾਈ ਬਾਬਕ ਰਬਾਬੀ ਦੇ ਪੁੱਤਰ ਨੂੰ ਸਾਡੇ ਵੱਲੋਂ ਪੱਗ ਦੇਣੀ ਹੈ, ਤਾਂ ਉਹਨੂੰ ਆਖੋ ਵੀ ਹੁਣ ਸ਼ੋਕ ਛੱਡ ਦੇਵੇ ਤੇ ਆਪਣੇ ਪਿਤਾ ਦੀ ਥਾਂ ਤੇ ਆ ਕੇ ਜ਼ਿੰਮੇਵਾਰੀ ਨਿਭਾਵੇ, ਕੀਰਤਨ ਕਰੇ। ਸੰਗਤ ਜੀ ਫਿਰ ਕੀਰਤਨ ਕੀਤਾ ਉਹਨਾਂ ਦੇ ਪੁੱਤ ਨੇ ਆ ਕੇ। ਉਹੋ ਹੀ ਗਲਾ, ਉਹੋ ਹੀ ਆਵਾਜ਼, ਉਹੋ ਜਿਹਾ ਹੀ ਰੂਪ। ਸੰਗਤਾਂ ਨੂੰ ਇਉਂ ਲੱਗਾ ਜਿਵੇਂ ਭਾਈ ਬਾਬਕ ਜੀ ਮੁੜ ਵਾਪਸ ਆ ਗਏ ਹੋਣ ਜੀ। ਇੱਥੋਂ ਤੱਕ ਤੁਸੀਂ ਕਥਾ ਸੁਣੀ। ਗੁਰੂ ਸਾਹਿਬ ਬੜਾ ਖੁੱਲਾ ਦਾਨ ਦੇ ਰਹੇ ਨੇ, ਬੜਾ ਦਾਨ ਦੇ ਰਹੇ ਹਨ। ਕੱਲ ਵੀ ਬੇਨਤੀ ਕੀਤੀ, ਪ੍ਰਸੰਗ 'ਚ ਬਚਨ ਆਏ ਸਨ। ਸਤਿਗੁਰੂ ਜੀ ਖੁੱਲਾ ਦਾਨ ਵੰਡ ਰਹੇ ਹਨ। ਆਮ ਜੇ ਬੰਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਬੜੇ ਬੜੇ ਵੱਡੇ ਪਾਤਸ਼ਾਹ ਬਣੇ ਜੀ, ਉਹ ਜੀ ਰਾਜੇ ਬਣੇ, ਬਾਦਸ਼ਾਹ ਬਣੇ। ਕੱਲ ਉਹ ਪ੍ਰਸੰਗ ਸੁਣਿਆ, ਜਦੋਂ ਕੋਈ ਮਹਾਰਾਜ ਦੇ ਕੋਲ ਆਉਂਦਾ, ਮਹਾਰਾਜ ਲੱਖਾਂ ਰੁਪਈਆਂ ਦੇ ਘੋੜੇ ਉਹਨਾਂ ਨੂੰ ਦਿੰਦੇ, ਗਰੀਬ ਮੰਗਣ ਵਾਲਿਆਂ ਨੂੰ ਘੋੜੇ ਦਿੰਦੇ। ਚੇਤਾ ਰੱਖਿਓ, ਬੰਦਿਆਂ ਦੀ ਕੀਤੀ ਹੋਈ ਕਮਾਈ ਮੁੱਕ ਜਾਂਦੀ ਜੇ। ਕਈ ਬੰਦੇ ਜਿਹੜਾ ਭਜਨ ਕਰਦੇ ਨਾ, ਉਹ ਫਿਰ ਡਰ ਜਾਂਦੇ ਵੀ ਆਪਾਂ ਕਿਸੇ ਨੂੰ ਵਰ ਨਹੀਂ ਦੇਣਾ, ਅਸੀਂ ਕਿਸੇ ਦੀ ਅਰਦਾਸ ਨਹੀਂ ਕਰਨੀ, ਸਾਡੀ ਕਮਾਈ ਮੁੱਕ ਜਾਣੀ ਹੈ, ਅਸੀਂ ਕਿਸੇ ਨੂੰ ਵਚਨ ਨਹੀਂ ਕਰਨਾ। ਪਰ ਸਤਿਗੁਰੂ ਹੀ ਨੇ ਸਾਧ ਸੰਗਤ। ਕੱਲ ਤੁਸੀਂ ਸੁਣਿਆ, ਇੱਕ ਬੰਦਾ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਦਾਨ ਦਿੱਤਾ ਜੀ, ਦਾਨ ਦਿੱਤਾ। ਉਹ ਜਦੋਂ ਆਪਣੇ ਪਿੰਡ ਗਿਆ, ਉਹਨੇ ਵਧੀਆ ਕੱਪੜੇ ਪਾਏ ਸੀ, ਵਧੀਆ ਘੋੜੇ ਤੇ ਬੈਠਾ ਸੀਗਾ, ਤੇ ਕਿਸੇ ਨੇ ਸੋਚਿਆ ਵੀ ਇਹ ਰਾਜਾ ਹੈਗਾ ਕਿਸੇ ਦੇਸ਼ ਦਾ। ਉਹ ਕਹਿੰਦਾ ਮੈਂ ਰਾਜਾ ਨਹੀਂ ਤੇ ਹੈਗਾ,
ਮੈਂ ਤੁਹਾਡੇ ਹੀ ਪਿੰਡ ਦਾ ਬੰਦਾ ਹਾਂ, ਬਸ ਫਰਕ ਇਹ ਹੈ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਮੰਗਤਾ ਹੈਗਾ। ਕਹਿੰਦੇ ਮੰਗਤੇ ਜਿਹੜੇ ਮਹਾਰਾਜ ਦੇ ਉਹ ਰਾਜਿਆਂ ਤੋਂ ਘੱਟ ਨਹੀਂ ਜੀ। ਉਹ ਪਿੰਡ ਦੇ ਸਾਰੇ ਲੋਕ ਹੀ ਮਹਾਰਾਜ ਕੋਲ ਆ ਗਏ, ਮਹਾਰਾਜ ਸਾਨੂੰ ਵੀ ਦਾਤ ਦਿਓ, ਸਾਨੂੰ ਵੀ ਦਾਤ ਦਿਓ। ਮਹਾਰਾਜ ਨੇ ਬਖਸ਼ਿਸ਼ਾਂ ਦੇ ਭੰਡਾਰੇ ਵਰਤਾ ਦਿੱਤੇ। ਕੀਰਤਪੁਰ ਸਾਹਿਬ ਦੇ ਲਾਗੇ ਲਾਗੇ ਜਿਹੜੇ ਪਿੰਡ ਸਨ ਨਾ ਜੀ, ਉਸ ਪਿੰਡ 'ਚ ਕਿਸੇ ਨੂੰ ਗਰੀਬ ਨਹੀਂ ਰਹਿਣ ਦਿੱਤਾ ਜੀ। ਉਹਨਾਂ ਪਿੰਡਾਂ 'ਚ ਸਾਰੇ ਹੀ ਅਮੀਰ ਕਰ ਦਿੱਤੇ। ਤੇ ਕੱਲ ਵੀ ਇੱਕ ਪ੍ਰਮਾਣ ਦਿੱਤਾ ਸੀ, ਉਹ ਦੇ ਕੇ ਤੇ ਫਿਰ ਆਪਾਂ ਲੜੀਵਾਰ ਕਥਾ ਆਰੰਭ ਕਰਨੀ ਹੈ। ਹਰਿਮੰਦਰ ਸਾਹਿਬ ਜਾਓ, ਉੱਥੇ ਲੱਖਾਂ ਹੀ ਲੋਕ ਰੋਜ਼ ਮੰਗ ਰਹੇ ਆ, ਤੇ ਗੁਰੂ ਜੀ ਲੱਖਾਂ ਨੂੰ ਹੀ ਦਾਤਾਂ ਦੇਣ ਦਏ ਆ। ਅੱਜ ਦੇ ਨਹੀਂ ਦੇਣ ਦਏ, 400 ਸਾਲ ਹੋ ਗਏ ਆ। ਤੇ ਗੁਰੂ ਸਾਹਿਬ ਦੀਆਂ ਦਾਤਾਂ ਤੇ ਕਮਾਈ ਨਹੀਂ ਤੇ ਮੁੱਕੀ। ਆਖੋ ਗੁਰੂ ਰਾਮਦਾਸ ਜੀ ਦੀਆਂ ਦਾਤਾਂ ਨਹੀਂ ਮੁੱਕੀਆਂ, ਗੁਰੂ ਰਾਮਦਾਸ ਸਾਹਿਬ ਦੀ ਕਮਾਈ ਨਹੀਂ ਤੇ ਮੁੱਕੀ। ਬਸ ਇੰਨਾ ਕੁ ਫਰਕ ਹੈਗਾ ਚ ਬੰਦੇ ਦਾ, ਤਾਂ ਇੰਨਾ ਕੁ ਫਰਕ ਹੈ ਸਤਿਗੁਰੂ ਜੀ ਦਾ ਜੀ। ਸਤਿਗੁਰੂ ਜੀ ਦੇ ਜਿਹੜੇ ਖਜ਼ਾਨੇ ਨੇ, ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਸਤਿਗੁਰੂ ਜੀ ਦੇ ਖਜ਼ਾਨੇ ਵੱਧਦੇ ਜਾਂਦੇ ਆ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਹਦੇ ਮੱਥੇ ਦੇ ਭਾਗ ਚੰਗੇ ਹੁੰਦੇ ਨਾ, ਉਹ ਫਿਰ ਗੁਰੂ ਘਰ ਦੇ ਖਜ਼ਾਨੇ ਦੇ ਨਾਲ ਸਾਂਝ ਪਾ ਲੈਂਦਾ ਜੀ। ਸੋ ਕੱਲ ਆਪ ਜੀ ਨੇ ਇੱਥੋਂ ਤੱਕ ਕਥਾ ਸੁਣੀ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਇੱਕ ਦਿਨ ਬੈਠੇ ਸਭਾ ਮਝਾਰੀ। ਇੱਕ ਦਿਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਦੇ ਵਿੱਚ ਬੈਠੇ ਸਨ, ਭਾਵ ਸੰਗਤ ਵਿੱਚ ਮਹਾਰਾਜ ਬੈਠੇ ਹਨ। ਹਾਂਜੀ। ਜਾਤੀ ਮਲਕ ਬਿਪਰ ਗੁਣ ਭਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਜਾਤੀ ਮਲਕ ਜੀ ਆਏ ਜੀ, ਜਿਹੜੇ ਬ੍ਰਾਹਮਣ ਹਨ। ਤੇ ਭਾਈ ਜਾਤੀ ਮਲਕ ਵਿੱਚ ਗੁਣ ਬੜੇ ਵੱਡੇ ਨੇ ਜੀ, ਬੜੇ ਵੱਡੇ ਗੁਣ ਨੇ, ਬਹੁਤ ਕਮਾਲ ਦੇ ਗੁਣ ਭਾਈ ਜਾਤੀ ਮਲਕ ਜੀ ਦੇ ਜੀਵਨ ਵਿੱਚ ਹੈਗੇ ਨੇ ਜੀ। ਹਾਂਜੀ। ਸਤਿਗੁਰ ਘਰ ਕੋ ਪ੍ਰੋਹਤ ਹੈ। ਗੁਰੂ ਘਰ ਦੇ ਪ੍ਰੋਹਤ ਨੇ ਜੀ, ਕਿਉਂ ਬ੍ਰਾਹਮਣ ਸਨ ਜੀ। ਤੇ ਗੁਰੂ ਘਰ ਦੇ ਪ੍ਰੋਹਤ ਸਨ, ਬ੍ਰਾਹਮਣ ਸਨ ਭਾਈ ਜਾਤੀ ਮਲਕ ਜੀ। ਹਾਂਜੀ। ਆਯੁਧ ਧਾਰੀ ਹਵੈ ਢਿਗ ਰਹਿ। ਸ਼ਸਤਰ ਧਾਰੀ ਸਨ। ਹਾਂਜੀ। ਹੁਣ ਜਿਹੜਾ ਬ੍ਰਾਹਮਣ ਹੋਵੇ ਉਹ ਸ਼ਸਤਰ ਨਹੀਂ ਧਾਰਨ ਕਰਦਾ ਜੀ, ਪਰ ਭਾਈ ਜਾਤੀ ਮਲਕ ਜੀ ਬ੍ਰਾਹਮਣ ਪਰਿਵਾਰ ਵਿੱਚੋਂ ਨੇ ਤੇ ਸ਼ਸਤਰ ਧਾਰੀ ਨੇ ਜੀ। ਹਰ ਸਮੇਂ 3 ਫੁੱਟੀ ਕਿਰਪਾਨ ਕੋਲ ਰੱਖਦੇ ਸਨ ਜੀ, ਬਰਸ਼ਾ ਹੱਥ ਵਿੱਚ ਰੱਖਦੇ ਸੀ, ਜੋਧੇ ਸੀ ਨਾ ਜੀ। ਆਯੁਧ ਧਾਰੀ ਸਨ, ਸ਼ਸਤਰ ਧਾਰੀ ਸਨ, ਤੇ ਗਰੀਬ ਨਵਾਜ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ ਸਨ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਰਣ ਮਹਿ ਕੀਨੇ ਪਰਾਕਰਮ ਭਾਰੇ। ਤੇ ਜੰਗ ਦੇ ਵਿੱਚ ਬੜੇ ਜੌਹਰ ਵਿਖਾਏ ਸੀਗੇ ਜਾਤੀ ਮਲਕ ਜੀ ਨੇ। ਤੁਸੀਂ ਕਥਾ ਸੁਣੀ ਲੱਲਾਂ ਬੇਗ ਵਾਲੇ ਜੰਗ ਵਿੱਚ ਭਾਈ ਜਾਤੀ ਮਲਕ ਜੀ ਨੇ ਕਿਵੇਂ ਜੌਹਰ ਵਿਖਾਏ ਜੀ। ਹਾਂਜੀ। ਸ਼ਤਰੂ ਤੁਰਕ ਅਨੇਕ ਸੰਘਾਰੇ। ਤੇ ਬਹੁਤ ਸਾਰੇ ਤੁਰਕਾਂ ਨੂੰ ਭਾਈ ਜਾਤੀ ਮਲਕ ਜੀ ਨੇ ਮਾਰਿਆ ਜੀ। ਹਾਂਜੀ। ਅੱਜ ਵੀ ਬੜੇ ਲੋਕਾਂ ਦਾ ਸਰਨੇਮ ਹੈ ਮਲਕ। ਹਾਂਜੀ। ਆ ਸਾਡਾ ਮੇਅਰ ਸੀਗਾ ਸ਼ਹਿਰ ਦਾ, ਉਹਦੇ ਨਾਮ ਦੇ ਮਗਰ ਮਲਕ ਲੱਗਦਾ ਸੀਗਾ। ਜਾਤੀ ਮਲਕ ਜੀ ਨੇ ਬਹੁਤ ਸਾਰੇ ਦੁਸ਼ਟਾਂ ਨੂੰ ਮਾਰਿਆ ਸੀਗਾ ਆਪਣੇ ਹੱਥੀਂ ਜੀ। ਹਾਂਜੀ। ਪੂਰਬ ਗੁਰ ਢਿਗ ਸਿੰਘਾ ਨਾਮ। ਪਹਿਲਾਂ ਵੀ ਮਹਾਰਾਜ ਕੋਲ ਇੱਕ ਬ੍ਰਾਹਮਣ ਪ੍ਰੋਹਤ ਰਹਿੰਦਾ ਸੀ, ਉਸ ਪ੍ਰੋਹਤ ਦਾ ਨਾਮ ਸੀ ਸਿੰਘਾ, ਭਾਈ ਸਿੰਘਾ ਪ੍ਰੋਹਤ ਜੀ। ਉਹ ਵੀ ਸ਼ਹੀਦ ਹੋਏ ਸਨ ਜੀ। ਹਾਂਜੀ।
ਸੋ ਭੀ ਲਰਤ ਰਹਿਓ ਰਣ ਧਾਮ। ਉਹਨਾਂ ਦਾ ਵੀ ਇਹੋ ਹੀ ਸੁਭਾਅ ਸੀ ਵੀ ਹੈ ਤੇ ਬ੍ਰਾਹਮਣ ਪਰਿਵਾਰ ਦੇ ਸੀਗੇ ਜੀ, ਪਰ ਸ਼ਸਤਰਧਾਰੀ ਹੋ ਕੇ ਰਹਿਣਾ ਤੇ ਸੂਰਮੇ ਯੋਧਿਆਂ ਦੀ ਗੱਲ ਵੱਖਰੀ ਹੁੰਦੀ ਜੀ। ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ, ਮੈਦਾਨ ਦੇ ਜੰਗ ਵਿੱਚ ਉਤਰਨਾ, ਹਾਂਜੀ, ਉਹ ਬੜਾ ਔਖਾ ਹੈਗਾ ਜੀ, ਜੰਗ ਦੇ ਮੈਦਾਨ ਵਿੱਚ ਜਾਣਾ ਜੀ। ਇਹ ਫਿਰ ਜੰਗ ਦੇ ਮੈਦਾਨ 'ਚ ਜਾ ਕੇ ਜ਼ੋਰ ਵਿਖਾਉਂਦੇ ਹੁੰਦੇ ਸੀਗੇ ਜੀ, ਹਾਂਜੀ। ਤਿਸ ਪਿਛੈ ਇਹੋ ਭਾ ਸਭ ਧਾਨ। ਸਿੰਘਾ ਪ੍ਰੋਹਤ ਤੋਂ ਬਾਅਦ ਭਾਈ ਜਾਤੀ ਮਲਕ ਜੀ ਸਾਵਧਾਨ ਹੋ ਗਏ ਜੀ, ਭਾਵ ਇਹ ਸੇਵਾ ਵਿੱਚ ਲੱਗ ਗਏ ਜੀ। ਗੁਰੂ ਨਾਨਕ ਦਾ ਥੜਾ ਇੱਕ ਗਿਆ, ਦੂਜਾ ਖੜਾ। ਭਾਈ ਜਾਤੀ ਮਲਕ ਜੀ ਸੇਵਾ ਵਿੱਚ ਲੱਗ ਗਏ, ਹਾਂਜੀ। ਚੜ੍ਹੈ ਤੁਰੰਗ ਵੀਰ ਬਲਵਾਨ। ਤੇ ਜਦੋਂ ਘੋੜੇ ਤੇ ਚੜ੍ਹਦੇ ਹੁੰਦੇ ਸੀ ਨਾ ਜੀ, ਭਾਈ ਜਾਤੀ ਮਲਕ ਜੀ ਵੱਡੇ ਉੱਚੇ ਲੰਮੇ ਕੱਦ ਵਾਲੇ ਸੀਗੇ ਜੀ, ਸਰੀਰ ਚੌੜਾ ਸੀਗਾ ਜੀ। ਘੋੜੇ ਤੇ ਬੈਠਿਆਂ ਸਾਰੇ ਨੀਚੇ ਫੱਬਦੇ, ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਜਿਨ੍ਹਾਂ ਦੇ ਸਰੀਰਾਂ 'ਚ ਜਾਨ ਹੁੰਦੀ ਹੈ ਨਾ, ਜਿਨ੍ਹਾਂ ਦੇ ਸਰੀਰ ਬਲੀ ਹੁੰਦੇ ਆ, ਉਹ ਘੋੜਿਆਂ ਤੇ ਬੈਠਿਆਂ ਫੱਬਦੇ ਨੇ ਜੀ। ਜਾਤੀ ਮਲਕ ਜੀ ਘੋੜੇ ਤੇ ਬੈਠੇ ਬੜੇ ਹੀ ਫੱਬਦੇ ਹੁੰਦੇ ਸੀਗੇ ਜੀ, ਹਾਂਜੀ। ਦਇਆ ਰਾਮ ਉਪਜਿਓ ਇਸ ਆਨੰਦ। ਤੇ ਜਾਤੀ ਮਲਕ ਜੀ ਦਾ ਪੁੱਤਰ ਸੀਗਾ ਜੀ, ਜਿਹਦਾ ਨਾਮ ਸੀਗਾ ਦਇਆ ਰਾਮ। ਕੀ ਨਾਮ ਸੀ? ਦਇਆ ਰਾਮ, ਹਾਂਜੀ। ਦਸਮ ਗੁਰੂ ਟਿਗ ਰਹਿ ਆਨੰਦ। ਦਇਆ ਰਾਮ ਜੀ ਇਹਨਾਂ ਦੇ ਪ੍ਰਸੰਗ ਅੱਗੇ ਜਾ ਕੇ ਆਉਣਗੇ। 10ਵੇਂ ਪਾਤਸ਼ਾਹ ਦੇ ਚਰਨਾਂ 'ਚ ਅੱਗੋਂ ਦਇਆ ਰਾਮ ਜੀ ਰਹੇ ਜੀ। ਦਇਆ ਰਾਮ ਪ੍ਰੋਹਤ ਕਰਕੇ ਆਉਂਦਾ ਜੀ, ਹਾਂਜੀ। ਰਣ ਕੋ ਕਰਹਿ ਕਥਾ ਤਬ ਆਵੈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਦੋਂ 10ਵੇਂ ਪਾਤਸ਼ਾਹ ਦੀਆਂ ਜੰਗਾਂ ਦੀ ਕਥਾ ਲਿਖਾਂਗਾ ਨਾ, ਉਦੋਂ ਦਇਆ ਰਾਮ ਪ੍ਰੋਹਤ ਦਾ ਜ਼ਿਕਰ ਆਵੇਗਾ। ਛਤਰ ਪਹਾੜੀ ਲਾਰ ਕਰ ਘਾਵੈ। ਬੜੇ ਪਹਾੜੀਆਂ ਨੂੰ ਮਾਰਿਆ ਸੀਗਾ ਦਇਆ ਰਾਮ ਨੇ, ਬੜੇ ਪਹਾੜੀਆਂ ਨੂੰ ਮਾਰਿਆ ਸੀ। ਕਹਿੰਦੇ ਅੱਗੇ ਜਾ ਕੇ ਉਹਨਾਂ ਦਾ ਜ਼ਿਕਰ ਆਵੇਗਾ। ਜਾਤੀ ਮਲਕ ਜਾਨ ਨਿਜ ਅੰਤ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਵੇਖ ਲਓ ਸੰਗਤ ਜੀ, ਜਾਤੀ ਮਲਕ ਜੀ ਨੂੰ ਪਤਾ ਲੱਗ ਗਿਆ ਕਿ ਮੇਰੀ ਉਮਰ ਪੂਰੀ ਹੋ ਗਈ ਹੈ। ਗਇਓ ਜਹਾਂ ਬੈਠੇ ਭਗਵੰਤ। ਉਹ ਉੱਥੇ ਗਏ ਜਿੱਥੇ ਭਗਵੰਤ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੈਠੇ। ਹੁਣ ਇੱਕ ਗੱਲ ਸੋਚੋ, ਸਾਡੀ ਜ਼ਿੰਦਗੀ 'ਚ ਬੜੇ ਮਨੁੱਖਾਂ ਦੀਆਂ ਮੌਤਾਂ ਹੋਈਆਂ, ਅਸੀਂ ਵੇਖੀਆਂ ਜੀ, ਤੁਸੀਂ ਵੀ ਵੇਖੀਆਂ ਜੀ। ਦੱਸੋ ਹਾਂ ਵੀ ਕਿਹਨੂੰ ਪਤਾ ਸੀ ਵੀ ਮੇਰੀ ਉਮਰ ਪੂਰੀ ਹੋ ਗਈ ਤੇ ਮੈਂ ਚੱਲਾਂ ਆ? ਕੋਈ ਬੰਦਾ ਇਹੋ ਜਿਹਾ ਵੇਖਿਆ ਜਿਹੜਾ ਖੁਸ਼ੀ ਖੁਸ਼ੀ ਜਾਵੇ ਜੀ, ਸਰੀਰ ਤਿਆਗੇ ਜੀ? ਜਾਤੀ ਮਲਕ ਜੀ ਨੂੰ ਪਤਾ, ਤੇ ਜਾਤੀ ਮਲਕ ਜੀ ਖੁਸ਼ ਨੇ ਜੀ, ਤੇ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਜੀ। ਹਾਥ ਜੋੜ ਕਰ ਆਪਨ ਪ੍ਰਸੰਗ। ਹੱਥ ਜੋੜ ਲਏ ਤੇ ਹੱਥ ਜੋੜ ਕੇ ਆਪਣਾ ਪ੍ਰਸੰਗ ਸ਼ੁਰੂ ਕੀਤਾ। ਆਪਾਂ ਵੀ ਹੱਥ ਜੋੜੀਏ, ਆਖੋ ਵਾਹਿਗੁਰੂ ਵਾਹਿਗੁਰੂ। ਜਾਤੀ ਮਲਕ ਜੀ ਨੇ ਹੱਥ ਜੋੜ ਲਏ, ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਭਨਿਓ ਸਕਲ ਹੀ ਗੁਰ ਕੇ ਸੰਗ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬੇਨਤੀ ਹੈ। ਹੁਣ ਮਹਾਰਾਜ ਤੇ ਜਾਣਦੇ ਜੀ, ਪਰ ਮਹਾਰਾਜ ਕਹਿੰਦੇ ਦੱਸੋ। ਤੇ ਜਾਤੀ ਮਲਕ ਜੀ ਕਹਿੰਦੇ, ਮਹਾਰਾਜ ਤੁਹਾਡੀ ਸੇਵਾ ਕਰਦਿਆਂ ਮੇਰੇ ਤੋਂ ਬੜੀਆਂ ਹੀ ਭੁੱਲਾਂ ਹੋਈਆਂ ਨੇ, ਮੈਨੂੰ ਮਾਫ ਕਰ ਦਿਓ ਤੇ ਹੁਣ ਖੁਸ਼ੇ ਬਖਸ਼ੋ, ਸਰੀਰ ਦਾ ਅੰਤਮ ਸਮਾਂ ਆ ਗਿਆ। ਕਹਿਣ ਲੱਗੇ, ਮੇਰਾ ਸਰੀਰ ਛੱਡਣ ਦਾ ਸਮਾਂ ਆ ਗਿਆ। ਕਰੋ ਖੁਸ਼ੀ ਮੋਹ ਪਰ ਇਸ ਕਾਲ। ਹੁਣ ਨਾ ਮੇਰੇ ਤੇ ਖੁਸ਼ੀ ਕਰੋ, ਖੁਸ਼ੀ। ਖੁਸ਼ੀ ਬੜੀ ਵੱਡੀ ਗੱਲ ਹੈਗੀ ਜੀ। ਮਹਾਰਾਜ ਮੇਰੇ ਤੇ ਪ੍ਰਸੰਨਤਾ ਧਾਰੋ, ਮੇਰੇ ਤੇ ਖੁਸ਼ੀ ਕਰੋ। ਪ੍ਰਾਨ ਅੰਤ ਹੋਏ ਚਹਿਤ ਉਤਾਲ। ਮੈਂ ਚਾਹੁੰਦਾ ਵੀ ਹੁਣ ਛੇਤੀ ਪ੍ਰਾਣ ਨਿਕਲ ਜਾਣ ਵਿੱਚੋਂ, ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਣ, ਮੈਂ ਸਰੀਰ ਤੋਂ ਵੱਖਰਾ ਹੋ ਜਾਵਾਂ। ਇਹ ਹੁਣ ਮੇਰੇ ਤੇ ਕਿਰਪਾ ਕਰ ਦਿਓ। ਮੇਰੇ ਖਿਆਲ ਨਾਲ ਇਹ ਕੋਈ ਵੀ ਅਰਦਾਸ ਨਹੀਂ ਕਰਦਾ ਜੀ। ਜੇ ਕਿਸੇ ਨੂੰ ਪਤਾ ਲੱਗ ਜੇ ਨਾ ਵੀ ਹੁਣ ਆਪਣੀ ਛੁੱਟੀ ਹੋਣ ਵਾਲੀ ਹੈ ਸਰੀਰ 'ਚੋਂ, ਉਹ ਅਰਦਾਸਾਂ ਕਰਨ ਲੱਗ ਪੈਂਦਾ, ਰੱਬਾ ਮੇਰੀ ਉਮਰ ਹੀ ਲੰਮੀ ਕਰ ਦੇ, ਜਾਣਾ ਨਹੀਂ ਚਾਹੁੰਦਾ। ਧੰਨ ਹਨ ਮਹਾਰਾਜ ਦੇ ਸਿੱਖ। ਭਾਈ ਜਾਤੀ ਮਲਕ ਜੀ ਗੁਰੂ ਜੀ ਕੋਲੋਂ ਛੁੱਟੀ ਮੰਗਣ ਦੇ ਆ, ਆਗਿਆ ਮੰਗ ਰਹੇ ਆ।
ਪ੍ਰੋਹਤ ਮੈਂ ਹਉ ਰਾਵਰ ਕੇਰਾ। ਇਹਨਾਂ ਦੀ ਪ੍ਰੋਹਤ ਸਨ ਜੀ, ਪ੍ਰੋਹਤ ਸਨ। ਜਿਵੇਂ ਪ੍ਰੋਹਤ ਤੇ ਜਜਮਾਨ ਦੋ ਚੀਜ਼ਾਂ ਨੇ ਜੀ। ਗੁਰੂ ਸਾਹਿਬ ਜਜਮਾਨ ਨੇ, ਇਹ ਪ੍ਰੋਹਤ ਨੇ ਜੀ। ਹਾਂਜੀ, ਖਾਨਦਾਨੀ ਪ੍ਰੋਹਤ ਹੁੰਦੇ ਸੀਗੇ ਜੀ ਪਹਿਲਾਂ, ਖਾਨਦਾਨੀ ਪੰਡਤ ਜਿਨ੍ਹਾਂ ਨੂੰ ਕਹਿੰਦੇ, ਜਿਨ੍ਹਾਂ ਕੋਲ ਵਿੱਦਿਆ ਹੁੰਦੀ ਹੈ ਜੀ। ਇਹ ਪ੍ਰੋਹਤਗਿਰੀ ਦਾ ਕੰਮ ਵੀ ਕਰਦੇ ਸਨ ਜੀ। ਕਹਿੰਦੇ ਮਹਾਰਾਜ ਮੈਂ ਤੁਹਾਡਾ ਪ੍ਰੋਹਤ ਹਾਂ ਤੇ ਤੁਸੀਂ ਮੇਰੇ ਜਜਮਾਨ ਹੋ। ਹਾਂਜੀ, ਚਾਹੋਂ ਦਾਨ ਬ੍ਰਹਮ ਗਿਆਨ ਵਡੇਰਾ। ਤੇ ਪ੍ਰੋਹਤ ਹੋਣ ਦੇ ਨਾਤੇ ਮੈਂ ਦਾਨ ਲੈਣਾ ਤੁਹਾਡੇ ਕੋਲੋਂ। ਪ੍ਰੋਹਤ ਲੋਕ ਦਾਨ ਲੈਂਦੇ ਆ ਸਾਧ ਸੰਗਤ ਜੀ। ਹਾਂਜੀ, ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤਾ ਪਹਿ ਮੰਗੋ, ਦੇਹੋ ਆਪਣਾ ਨਾਮ। ਮਹਾਰਾਜ ਤੁਸੀਂ ਹੋ ਮੇਰੇ ਜਜਮਾਨ। ਜਿਸ ਤੇ ਬਹੁਰ ਜਨਮ ਨਹਿ ਧਾਰਾਂ। ਤੇ ਹੁਣ ਮੇਰੇ ਤੇ ਕਿਰਪਾ ਕਰੋ ਤੇ ਮੈਂ ਦਕਸ਼ਣਾ ਮੰਗਣੀ ਚਾਹੁੰਦਾ ਹਾਂ। ਮੈਂ ਦਕਸ਼ਣਾ ਮੰਗਣੀ ਚਾਹੁੰਦਾ, ਤੁਸੀਂ ਮੇਰੇ ਜਜਮਾਨ ਹੋ। ਮਹਾਰਾਜ ਕਹਿੰਦੇ ਕੁਝ ਮੰਗੋ। ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਰਹਿ ਕੇ ਪਤਾ ਲੱਗਾ ਵੀ ਸਭ ਤੋਂ ਵੱਡੀ ਦਾਤ ਬ੍ਰਹਮ ਗਿਆਨ ਦੀ ਹੈ। ਕਿਰਪਾ ਕਰੋ ਤੇ ਮੈਨੂੰ ਬ੍ਰਹਮ ਗਿਆਨੀ ਬਣਾ ਦਿਓ। ਕਿਰਪਾ ਕਰ ਦਿਓ, ਆਖੋ ਵਾਹਿਗੁਰੂ। ਵਾਹਿਗੁਰੂ ਮੈਨੂੰ ਬ੍ਰਹਮ ਗਿਆਨ ਬਣਾਓ, ਮੈਨੂੰ ਬ੍ਰਹਮ ਗਿਆਨੀ ਬਣਾਓ, ਮੈਂ ਬ੍ਰਹਮ ਗਿਆਨ ਲੈਣਾ ਚਾਹੁੰਦਾ। ਸਾਧ ਸੰਗਤ ਜੀ ਚੇਤਾ ਰੱਖਿਓ, ਪਰਮੇਸ਼ਰ ਜੀ ਸਾਡੇ ਜਜਮਾਨ ਨੇ ਤੇ ਅਸੀਂ ਮੰਗਣ ਵਾਲੇ ਹਾਂ ਜੀ। ਤੂੰ ਮੇਰਾ ਜਜਮਾਨ ਕਰਤੇ, ਤੂੰ ਮੇਰਾ ਜਜਮਾਨ। ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ। ਪਰਮੇਸ਼ਰ ਜੀ ਜਜਮਾਨ ਨੇ। ਮਹਾਰਾਜ ਕਿਰਪਾ ਕਰੋ, ਗੁਰੂ ਹਰਗੋਬਿੰਦ ਸਾਹਿਬ ਜੀ ਮਿਹਰ ਕਰੋ ਤੇ ਬ੍ਰਹਮ ਗਿਆਨ ਦੀ ਦਾਤ ਬਖਸ਼ੋ। ਜਿਸ ਤੇ ਬਹੁਰ ਜਨਮ ਨਹਿ ਧਾਰੋ। ਮੇਰੇ ਤੇ ਕਿਰਪਾ ਕਰੋ, ਸਰੀਰ ਤਿਆਗਣਾ ਹੁਣ ਸਮਾਂ ਆ ਗਿਆ ਤੇ ਮੁੜ ਮੈਨੂੰ ਜਨਮ ਹੀ ਨਾ ਲੈਣਾ ਪਵੇ। ਬੜਾ ਵੱਡਾ ਚੱਕਰ 'ਚ ਜਨਮ ਮਰਨ ਦਾ। ਹਾਂਜੀ, ਕਰਮ ਫਾਸ ਸਗਰੀ ਨਿਰਵਾਰੋਂ। ਇਹ ਕਰਮਾਂ ਦੀ ਫਾਈ ਪਈ ਆ ਜੀ ਸਾਰਿਆਂ ਨੂੰ। ਜਿਹੋ ਜਿਹੇ ਕਰਮ ਕੀਤੇ ਉਹੋ ਜਿਹਾ ਫਲ ਮਿਲਣਾ, ਉਹ ਹੁਣ ਫਾਈ ਪਈ ਆ ਜੀ। ਤੇ ਬੰਦਾ ਆਪਣੀ ਮਰਜ਼ੀ ਨਾਲ ਕਰਮਾਂ ਦੀ ਫਾਈ ਨੂੰ ਨਹੀਂ ਛਡਾ ਸਕਦਾ, ਨਹੀਂ ਛਡਾ ਸਕਦਾ। ਸੱਚੇ ਪਾਤਸ਼ਾਹ ਮਿਹਰ ਕਰੋ, ਮੇਰੇ ਕਰਮਾਂ ਦੀ ਫਾਈ ਨੂੰ ਕੱਟ ਦਿਓ। ਆਸ ਸਰੂਪ ਮੋਹਿ ਦੇਹੋ ਸਮਝਾਈ। ਕਿਰਪਾ ਕਰੋ ਤੇ ਮੈਨੂੰ ਵੀ ਉਹ ਸਰੂਪ ਸਮਝਾ ਦਿਓ, ਮੇਰੇ ਤੇ ਵੀ ਉਹ ਕਿਰਪਾ ਕਰ ਦਿਓ। ਹਾਂਜੀ, ਜਿਸ ਹਿਤ ਜੋਗੀ ਕਰਤ ਉਪਾਈ। ਜਿਸ ਸਰੂਪ ਨੂੰ ਵੇਖਣ ਵਾਸਤੇ, ਆਪਣੀ ਆਤਮਾ ਦੇ ਦਰਸ਼ਨ ਕਰਨ ਵਾਸਤੇ ਜੋਗੀ ਲੋਕ ਬੜੀ ਮਿਹਨਤ ਕਰਦੇ। ਸੰਗਤ ਜੀ ਆਪਾਂ ਤੇ ਕੁਝ ਵੀ ਮਿਹਨਤ ਨਹੀਂ ਕਰਦੇ, ਮੈਨੂੰ ਮਾਫ ਕਰਿਓ। ਘੰਟਾ 2 ਘੰਟੇ ਚੌਂਕੜਾ ਮਾਰ ਕੇ ਬਹਿ ਕੇ ਨਾਮ ਜਪ ਲਿਆ ਤੇ ਸਮਝਦੇ ਪਤਾ ਨਹੀਂ ਕਿਹੜੇ ਤੀਰ ਮਾਰ ਦਿੱਤੇ ਜੀ, ਪਤਾ ਨਹੀਂ ਕਿਹੜਾ ਪਹਾੜ ਢਾਹ ਲਿਆ ਜੀ। ਜੋਗੀ ਲੋਕ ਨਾ ਜੀ ਪਹਾੜਾਂ ਦੇ ਉੱਤੇ ਜਾ ਜਾ ਕੇ ਸਮਾਧੀਆਂ ਲਾਉਂਦੇ ਆ, ਇਕਾਂਤ ਚਾਹੁੰਦੇ ਆ ਕਿ ਸਾਨੂੰ ਕੁਝ ਪ੍ਰਾਪਤ ਹੋਵੇ। ਮਹਾਰਾਜ ਜੋਗੀ ਲੋਕ ਉਪਾਅ ਕਰਦੇ ਰਹਿੰਦੇ, ਯਤਨ ਕਰਦੇ ਰਹਿੰਦੇ ਆ ਵੀ ਸਾਡੀ ਅਵਸਥਾ ਬਣੇ, ਅਸੀਂ ਆਤਮਾ ਨੂੰ ਵੇਖ ਸਕੀਏ। ਤੇ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰ ਦਿਓ। ਹਾਂਜੀ, ਮਨ ਵਿਸਰਾਮ ਪਾਏ ਨਹਿ ਧਾਵੈ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਵੇਖੋ ਬਿਲਕੁਲ ਸਪਸ਼ਟ ਗੱਲ ਕੀਤੀ ਜੀ। ਮੇਰੇ ਵਰਗਾ ਬੰਦਾ ਜਿਹਨੂੰ 4-5 ਜਣੇ ਹੱਥ ਜੋੜਨ ਲੱਗ ਪੈਣ ਨਾ, ਉਹ ਆਪਣੀ ਮਨ ਦੀ ਗੱਲ ਲੋਕਾਂ ਨੂੰ ਨਹੀਂ ਦੱਸਦਾ। ਜਾਤੀ ਮਲਕ ਜੀ ਨੇ 6ਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ ਮੇਰਾ ਮਨ ਟਿਕਾਓ ਵਿੱਚ ਆਵੇ। ਮਹਾਰਾਜ ਮਨ ਨਾ ਭੱਜੇ। ਹੁਣ ਆਪਾਂ ਵੇਖ ਲਈਏ
ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਤੇ ਮਸਾਂ ਹੀ ਆ ਵੀ ਇੱਕ ਅੱਧੇ ਅੱਖਰ ਵਿੱਚ ਮਨ ਆਉਂਦਾ ਹੋਏਗਾ, ਨਹੀਂ ਤੇ ਭੱਜਦਾ ਹੀ ਰਹਿੰਦਾ ਜੀ। ਮਨ ਦਾ ਟਿਕ ਜਾਣਾ ਫਲ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਮਨ ਦਾ ਟਿਕ ਜਾਣਾ ਫਲ ਹੈ, ਫਲ। ਸੱਚੇ ਪਾਤਸ਼ਾਹ ਕਿਰਪਾ ਕਰੋ, ਮਿਹਰ ਕਰੋ, ਮਨ ਟਿਕੇ ਸੱਚੇ ਪਾਤਸ਼ਾਹ, ਮਨ ਨਾ ਭੱਜੇ ਬਾਹਰ ਬਾਹਰ ਅੰਦਰ। ਨਿਜ ਆਨੰਦ ਕੇ ਬਿਖੈ ਸਮਾਵੈ। ਇਹ ਆਪਣੇ ਆਨੰਦ 'ਚ ਸਮਾਇਆ ਰਵੇ ਜੀ, ਆਨੰਦ ਵਿੱਚ ਸਮਾਇਆ ਰਵੇ। ਜਿਹਨੂੰ ਇਹ ਆਨੰਦ ਆਉਣ ਲੱਗ ਪੈਂਦਾ ਨਾ ਜੀ, ਉਹਦੀ ਬੜੀ ਵੱਡੀ ਅਵਸਥਾ ਬਣ ਜਾਂਦੀ ਜੀ, ਉਹਦੀ ਬਹੁਤ ਵੱਡੀ ਅਵਸਥਾ ਬਣ ਜਾਂਦੀ ਜਿਹਨੂੰ ਇਹ ਆਨੰਦ ਆਉਣ ਲੱਗ ਪੈਂਦਾ ਜੀ। ਹੁਣ ਪਤਾ ਉਸ ਆਨੰਦ ਦੀ ਨਿਸ਼ਾਨੀ ਕੀ ਹੈ? ਇੱਕ ਪਾਠ ਜਪਜੀ ਸਾਹਿਬ ਦਾ ਕੀਤਾ ਤੇ ਦੂਜਾ ਕਰਨ ਨੂੰ ਜੀ ਕਰੇ ਤੇ ਸਮਝੋ ਮਿਹਰ ਹੋਈ ਹੈ। ਦੂਜਾ ਪਾਠ ਕਰਨ ਨੂੰ ਜੀ ਕਰੇ ਨਾ ਤੇ ਸਮਝ ਲਓ ਵੀ ਮਿਹਰ ਹੈਗੀ, ਮਨ ਨੂੰ ਆਨੰਦ ਆਇਆ ਬਾਣੀ ਦਾ ਜੀ। ਜਿਸ ਕੰਮ ਵਿੱਚ ਇੰਟਰਸਟ ਪੈਦਾ ਹੋਵੇ, ਜਿਸ ਕੰਮ ਨੂੰ ਕਰਨ ਨੂੰ ਜੀ ਕਰੇ ਨਾ, ਮਤਲਬ ਉਹਦੇ 'ਚ ਆਨੰਦ ਆ ਰਿਹਾ ਜੀ। ਇਮ ਸੁਨ ਕੈ ਬ੍ਰੋਹਤ ਕੋ ਆਛੈ। ਸੱਚੇ ਪਾਤਸ਼ਾਹ ਨਿੱਜੀ ਆਨੰਦ ਵਿੱਚ ਮੇਰਾ ਮਨ ਟਿਕਿਆ ਰਵੇ, ਆਨੰਦ ਦੀ ਅਵਸਥਾ ਵਿੱਚ ਮੈਂ ਹੋ ਜਾਵਾਂ, ਇਹ ਮੇਰੇ ਤੇ ਕਿਰਪਾ ਕਰੋ। ਇਮ ਸੁਨ ਕੈ, ਇਮ ਸੁਨ ਕੈ ਬ੍ਰੋਹਤ ਕੋ ਆਛੈ। ਜਦੋਂ ਮਹਾਰਾਜ ਨੇ ਇਹ ਪ੍ਰੋਹਤ ਜੀ ਦਾ ਆਸ਼ਾ ਸੁਣਿਆ ਨਾ, ਉਹਨਾਂ ਦੀ ਇੱਛਾ ਸੁਣੀ। ਹੁਣ ਮੈਨੂੰ ਮਾਫ ਕਰਿਓ, ਆਪਣੇ ਚੋਂ ਕਿੰਨਿਆਂ ਕੁ ਦਾ ਇਹ ਆਸ਼ਾ ਹੈਗਾ ਜੀ ਵੀ ਸਾਡਾ ਮਨ ਆਨੰਦ ਵਿੱਚ ਟਿਕ ਜਾਵੇ, ਮਨ ਵਿੱਚ ਫੁਰਨਾ ਨਾ ਬਣੇ। ਬੜੇ ਬੜੇ ਗੁਰਸਿੱਖ ਹੈਗੇ ਨੇ ਇਹੋ ਜਿਹੇ ਜਿਨ੍ਹਾਂ ਦੇ ਮਨ ਆਨੰਦ 'ਚ ਟਿਕੇ ਆ ਨਾ, ਉਹ ਸੁੱਤਿਆਂ ਪਿਆ ਹੀ ਕਈ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਜਾਂਦੇ ਆ, ਜਿਨ੍ਹਾਂ ਦੇ ਮਨ ਟਿਕੇ ਆ। ਮਹਾਰਾਜ ਨੇ ਜਦੋਂ ਪ੍ਰੋਹਤ ਜੀ ਦਾ, ਜਾਤੀ ਮਲਕ ਜੀ ਦਾ ਇਹ ਆਸ਼ਾ ਸੁਣਿਆ, ਇੱਛਾ ਸੁਣੀ, ਸ਼੍ਰੀ ਮੁਖ ਤੇ ਗੁਰਬਾਗ ਪ੍ਰਕਾਸ਼ੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੁਖ ਤੋਂ ਫਿਰ ਬਚਨ ਕਰਨ ਲੱਗੇ ਜੀ। ਸੁਣਿਓ ਜਰਾ ਬਚਨ ਮਹਾਰਾਜ ਦੇ, ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਮਹਾਰਾਜ ਅੱਗੋਂ ਬੋਲ ਰਹੇ ਛੇਵੇਂ ਪਾਤਸ਼ਾਹ। ਜਾਤੀ ਮਲਕ ਧੰਨ ਤੁਮ ਅਹੋ। ਮਹਾਰਾਜ ਕਹਿੰਦੇ ਜਾਤੀ ਮਲਕ ਜੀ ਤੁਸੀਂ ਧੰਨ ਹੋ, ਕਹਿੰਦੇ ਆਪਾਂ ਵੀ ਕਹੀਏ ਧੰਨ ਭਾਈ ਜਾਤੀ ਮਲਕ ਜੀ। ਭਾਈ ਜਾਤੀ ਮਲਕ ਜੀ। ਸੰਗਤ ਜੀ ਜਿਹਨੂੰ ਗੁਰੂ ਸਾਹਿਬ ਧੰਨ ਕਹਿ ਰਹੇ, ਅਸੀਂ ਕਿਉਂ ਨਾ ਕਵਾਂਗੇ ਜੀ। ਮਹਾਰਾਜ ਕਹਿੰਦੇ ਤੁਸੀਂ ਧੰਨ ਹੋ ਜਾਤੀ ਮਲਕ ਜੀ। ਹਾਂਜੀ। ਤਨ ਹੰਤਾ ਕਉ ਤਿਆਗਨ ਚਹੋ। ਜਿਹੜਾ ਆਪਣੇ ਸਰੀਰ ਦਾ ਵੀ ਹੰਕਾਰ ਛੱਡਣਾ ਚਾਹੁੰਦੇ ਹੋ। ਹਾਂਜੀ, ਇਹ ਧੰਤਾ ਜੋਗ ਵਾਲੀ ਗੱਲ। ਬੰਦਾ ਕਿਹੜੇ ਕਿਤੋਂ ਸੁਰਤ ਆਉਂਦੀ, ਜਨਮਾਂ ਜਨਮਾਂ ਦੀ ਇਹ ਮੱਤ ਵਿਗੜੀ ਹੋਈ ਹੈ ਜੀ, ਇੰਨੀ ਜ਼ਿਆਦਾ ਵਿਗੜੀ ਹੋਈ ਹੈ, ਪਤਾ ਹੀ ਨਹੀਂ ਹੈਗਾ ਇਹਨਾਂ ਗੱਲਾਂ ਦਾ ਜੀ। ਹਾਂਜੀ। ਦੁਬਦਾ ਮਹਿ ਮਨ ਬਿਗੜਿਓ ਸਦਾ। ਮਹਾਰਾਜ ਕਹਿੰਦੇ ਜਿਹੜਾ ਮਨ ਹੈ ਨਾ, ਇਹ ਦੁਬਦਾ ਦੇ ਵਿੱਚ ਵਿਗੜਿਆ ਰਹਿੰਦਾ ਜੀ। ਦੁਬਦਾ ਬੜੇ ਤਰ੍ਹਾਂ ਦੀ ਤੇ ਸੰਗਤ ਜੀ, ਹੈ ਕਿ ਨਹੀਂ ਹੈ, ਹੈ ਕਿ ਨਹੀਂ ਹੈ, ਟਿਕਦਾ ਹੀ ਨਹੀਂ ਮਨ ਜੀ। ਇਹ ਮਨ ਇੰਨਾ ਜ਼ਿਆਦਾ ਗਧਾ ਜਿਹੇ ਇਹੋ ਜਿਹਾ ਖੋਤਾ ਹੈ, ਬਾਣੀ ਪੜ੍ਹਦਿਆਂ ਵੀ ਦੁਬਦਾ 'ਚ ਰਹਿੰਦਾ ਜੀ। ਪਤਾ ਕਿਵੇਂ? ਮੈਨੂੰ ਇੱਕ ਗੁਰਮੁਖ ਕਹਿਣ ਲੱਗਾ ਕਿ ਮੈਂ ਮੂਲ ਮੰਤਰ ਕਰਿਆ ਕਰਾਂ ਕਿ ਗੁਰਮੰਤਰ ਕਰਿਆ ਕਰਾਂ। ਉਹ ਮੈਂ ਕਿਹਾ ਪੰਜਾਂ ਪਿਆਰਿਆਂ ਨੂੰ ਪੁੱਛੋ, ਮੈਨੂੰ ਕੀ ਪਤਾ। ਕਹਿੰਦਾ ਨਹੀਂ, ਜਦੋਂ ਮੈਂ ਮੂਲ ਮੰਤਰ ਕਰਨ ਲੱਗਦਾ ਨਾ, ਮੇਰਾ ਜੀ ਕਰਨ ਲੱਗ ਪੈਂਦਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਬੋਲਾਂ ਹਾਂ, ਤੇ ਜੇ ਵਾਹਿਗੁਰੂ ਵਾਹਿਗੁਰੂ ਬੋਲਣ ਲੱਗਦਾ ਤੇ ਜੀ ਕਰਦਾ ਮੂਲ ਮੰਤਰ ਕਰਾਂ। ਮੈਂ ਕੀ ਕਰਾਂ? ਦੁਬਦਾ ਬਣੀ ਰਹੀ ਜੀ, ਦੋ ਭਾਵ ਬਣੇ ਰਹੇ। ਹਾਂਜੀ, ਦੁਬਦਾ ਡੁੱਬ ਡੁੱਬ ਮਰੀਆ। ਆਖੋ ਵਾਹਿਗੁਰੂ ਵਾਹਿਗੁਰੂ। ਦੁਬਦਾ ਨਹੀਂ ਟਿਕਣ ਦਿੰਦੀ। ਦੁਬਦਾ ਮਨ, ਦੁਬਦਾ ਮਹਿ ਮਨ ਬਿਗੜਿਓ ਸਦਾ। ਹੁਣ ਮਹਾਰਾਜ ਕਿਹੜੀ ਦੁਬਦਾ ਦੀ ਗੱਲ ਕਰ ਰਹੇ?
ਉਹ ਇਹ ਦੁਬਿਧਾ ਦੀ ਗੱਲ ਕਰਦੇ ਆ ਕਿ ਸੰਸਾਰ ਵਿੱਚ ਵਿਚਰਦਿਆਂ ਸੰਸਾਰ ਸੱਚਾ ਲੱਗਦਾ ਸਾਨੂੰ, ਵੀ ਇਹ ਦੁਨੀਆ ਸੱਚੀ ਹੈਗੀ ਹੈ, ਤੇ ਜਦੋਂ ਬਾਣੀ ਪੜ੍ਹੀਏ ਤਾਂ ਪਤਾ ਲੱਗਦਾ ਝੂਠੀ ਹੈਗੀ ਹੈ। ਪਰ ਹੁਣ ਜਦੋਂ ਬਾਣੀ ਪੜ੍ਹਨੀ ਛੱਡ ਦਈਏ ਤੇ ਫਿਰ ਦੁਨੀਆ ਸੱਚੀ ਲੱਗਣ ਲੱਗ ਪੈਂਦੀ ਹੈ। ਉਹ ਦੁਬਿਧਾ ਜੀ ਬਣੀ ਰਹਿੰਦੀ ਹੈ ਤੇ ਮਨ ਵਿਗੜਿਆ ਰਹਿੰਦਾ। ਵਿਗੜਿਆ ਮਨ ਜਿਹੜਾ ਉਹ ਬੜਾ ਖਤਰਨਾਕ ਹੈਗਾ ਜੀ। ਮਹਾਰਾਜ ਕਹਿੰਦੇ ਜਾਤੀ ਮਲਕ ਦੁਬਿਧਾ ਜਿਹੜੀ ਹੈ, ਦੁਬਿਧਾ ਦੇ ਵਿੱਚ ਮਨ ਵਿਗੜਿਆ ਹੀ ਰਹਿੰਦਾ। ਹਾਂਜੀ, ਇਕ ਤਾਂ ਮਹਿ ਪ੍ਰਾਪਤ ਨਹਿ ਕਦਾ। ਇਕਾਗਰ ਨਹੀਂ ਹੁੰਦਾ ਕਦੀ, ਇਕਾਗਰ ਨਹੀਂ ਹੁੰਦਾ, ਇਕਤਾ ਨੂੰ ਪ੍ਰਾਪਤ ਨਹੀਂ ਹੁੰਦਾ। ਤੁਸੀਂ ਹਿਸਾਬ ਲਾਓ, ਕੋਈ ਇਹ ਵਿਰਲਾ ਗੁਰਮੁਖ ਹੋਏਗਾ ਜਿਹਦਾ ਮਨ ਇਕਾਗਰ ਹੋਏਗਾ ਤੇ ਭਜਨ ਕੀਤਾ। ਇਕਾਗਰਤਾ ਵਿੱਚ ਜ਼ਿਆਦਾ ਫਲੀਭੂਤ ਹੁੰਦਾ ਹੈ। ਜਿਹੜਾ ਭਜਨ ਕਰਦੇ ਨਾ ਤੁਸੀਂ, ਵਾਹਿਗੁਰੂ, ਇਕਾਗਰਤਾ ਹੋਵੇ, ਮਨ ਟਿਕਿਆ ਹੋਵੇ, ਇਹ ਜ਼ਿਆਦਾ ਫਲੀਭੂਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਰੱਬ ਦੇ ਪਿਆਰਿਓ, ਸੰਤੋ, ਰੱਬ ਦੀ ਸਿਫਤ ਕਰਿਆ ਕਰੋ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਆਖਿਆ ਕਰੋ। ਇਹ ਮਾਰਗ ਨਾ ਆਲਸ ਦਾ ਨਾ ਜ਼ੋਰ ਦਾ। ਆਲਸ ਦਾ ਨਹੀਂ ਹੈ ਇਹ ਮਨ। ਵਾਹਿਗੁਰੂ ਇਹ ਰਸਤਾ ਜਿਹੜਾ ਹੈ ਨਾ, ਆਲਸ ਦਾ ਨਹੀਂ। ਇੱਥੇ ਆਲਸੀ ਬੰਦਾ ਜਿਹੜਾ ਉਹ ਕਾਮਯਾਬ ਨਹੀਂ ਹੈਗਾ, ਤੇ ਜ਼ੋਰ ਵਾਲਾ ਬੰਦਾ ਵੀ ਕਾਮਯਾਬ ਨਹੀਂ ਹੈਗਾ। ਇਹ ਭਾਈ ਵੀਰ ਸਿੰਘ ਜੀ ਨੇ ਇਸ ਪੰਕਤੀ ਦੇ ਅਰਥ ਕੀਤੇ। ਨਾ ਆਲਸ ਨਾ ਜ਼ੋਰ, ਇੱਥੇ ਸਾਵਧਾਨਤਾ ਚਾਹੀਦੀ ਹੈ। ਬੰਦਾ ਸਤਰਕ ਕਿੰਨਾ ਹੈ। ਪਰ ਹੁਣ ਮਾਫ ਕਰਿਓ, ਚੰਗੇ ਕੰਮ 'ਚ ਸਾਵਧਾਨਤਾ ਨਹੀਂ 'ਚ ਬਣਦੀ। ਫਿਰ ਧਿਆਨ ਨਾਲ ਗੱਲ ਸੁਣ ਲਿਓ ਮੇਰੀ। ਚੰਗੇ ਕੰਮ ਵਿੱਚ ਸਾਵਧਾਨਤਾ ਨਹੀਂ ਬਣਦੀ, ਪਰ ਜਦੋਂ ਗਲਤ ਕੰਮ ਕਰਨ ਲੱਗਦੇ ਪੂਰੇ ਇਕਾਗਰ ਹੁੰਨੇ ਆਪਾਂ ਜੀ। ਉਰੋਂ ਪੂਰੀ ਸਾਵਧਾਨਤਾ ਹੁੰਦੀ ਸਾਡੀ ਜੀ। ਚੋਰੀ ਜਿਹੜਾ ਕਰਦਾ ਨਾ, ਚੋਰ, ਉਹਨੂੰ ਪੁੱਛੋ, ਇਕਾਗਰਤਾ ਤੋਂ ਬਗੈਰ ਚੋਰੀ ਨਹੀਂ ਹੋ ਸਕਦੀ। ਉਹਨੂੰ ਪੁੱਛ ਕੇ ਵੇਖ ਲਿਓ। ਹੁਣ ਚਾਹੀਦਾ ਸੀ ਵੀ ਨਾਮ ਜਪਦਿਆਂ ਇਕਾਗਰਤਾ ਬਣੇ, ਪਰ ਇਕਾਗਰਤਾ ਕਿਉਂ ਨਹੀਂ ਬਣਦੀ? ਕਿਉਂਕਿ ਇੱਥੇ ਪਤਾ ਵੀ ਕੋਈ ਗੱਲ ਨਹੀਂ, ਸਗੋਂ ਇੰਜ ਬੈਠੇ ਆ ਤੇ ਲੋਕਾਂ ਤਾਰੀਫ ਕਰਨੀ ਹੈ, ਲੋਕਾਂ ਮੱਥੇ ਟੇਕਣੇ ਆ। ਇਕਾਗਰਤਾ ਹਮੇਸ਼ਾ ਉੱਥੇ ਬਣਦੀ ਜੇ ਜਿੱਥੇ ਖਤਰਾ ਹੁੰਦਾ ਕਿਸੇ ਗੱਲ ਦਾ। ਆਖੋ ਵਾਹਿਗੁਰੂ। ਜਿੱਥੇ ਖਤਰਾ ਹੁੰਦਾ, ਖੂਹ ਦੇ ਜਿਹੜਾ ਬਨੇਰਾ ਹੁੰਦਾ, ਉੱਥੇ ਬਹਿ ਕੇ ਤੇ ਗੁਲਛਰੇ ਉਠਾ ਕੇ ਵਿਖਾਵੇ ਕੋਈ ਜੀ ਮੈਨੂੰ, ਐ ਤਾੜੀ ਮਾਰ ਕੇ ਤੇ ਹਾਸਾ ਠੱਠਾ ਕਰਕੇ ਵਿਖਾਵੇ, ਉੱਥੇ ਨਹੀਂ ਹੁੰਦਾ ਜੀ। ਉੱਥੇ ਖਤਰਾ ਹੁੰਦਾ ਵੀ ਮੈਂ ਵਿੱਚ ਨਾ ਡਿੱਗ ਜਾਵਾਂ। ਉੱਥੇ ਇਕਾਗਰਤਾ ਪੂਰੀ ਬਣੀ ਹੁੰਦੀ ਹੈ। ਇਕਾਗਰਤਾ ਹਮੇਸ਼ਾ ਖਤਰੇ 'ਚ ਬਣਦੀ ਹੈ। ਜਿੱਥੇ ਵਾਹ ਮਿਲਣੀ ਹੋਵੇ ਉੱਥੇ ਇਕਾਗਰਤਾ ਨਹੀਂ ਬਣਦੀ। ਤੇ ਮਹਾਰਾਜ ਭਜਨ ਕਰਨਾ ਹੈ ਤੇ ਖਤਰਾ ਤੇ ਕੋਈ ਨਹੀਂ ਹੈਗਾ। ਉਹ ਮਹਾਰਾਜ ਕਹਿੰਦੇ ਭਲਿਆ ਖਤਰਾ ਵੀ ਹੈਗਾ। ਕਾਹਦਾ ਖਤਰਾ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖਤਰਾ ਹੈਗਾ ਜਮਾਂ ਦੇ ਡੰਡਿਆਂ ਦਾ। ਉਹ ਡਰ ਜਾ, ਉਹਦੇ ਤੋਂ ਡਰ ਕੇ ਇਕਾਗਰਤਾ ਬਣਾ ਆਪਣੀ ਭਜਨ 'ਚ, ਗੱਲ ਬਣੇਗੀ। ਖੈਰ ਰਹੋ ਵਿਚਾਰ। ਗਰੀਬ ਨਵਾਜ ਕਹਿੰਦੇ ਇੱਕ ਤਾਂ ਮਹਿ ਪ੍ਰਾਪਤ ਨਹਿ ਕਦਾ। ਇਹ ਜਿਹੜਾ ਮਨ ਹੈ ਇਹ ਕਦੀ ਵੀ ਇਕਾਗਰ ਨਹੀਂ ਹੁੰਦਾ ਜੀ। ਹਾਂਜੀ, ਨਿਜ ਸਰੂਪ ਤਨ ਕੋ ਨਹਿ ਜਾਨ। ਤੇ ਬੰਦਾ ਸਮਝਦਾ ਵੀ ਮੈਂ ਸਰੀਰ ਹੀ ਹੈਗਾ। ਬੜੀਆਂ ਡੂੰਘੀਆਂ ਗੱਲਾਂ ਨੇ।
ਧਿਆਨ ਨਾਲ ਸੁਣਿਓ। ਬੰਦਾ ਸਮਝਦਾ ਮੈਂ ਸਰੀਰ ਹੀ ਹੈਗਾ। ਆਪਾਂ ਵੇਖ ਲਈਏ, ਸਰੀਰ ਤੋਂ ਅੰਦਰ ਬਾਹਰ ਕਿਸੇ ਵਿਰਲੇ ਦੀ ਸੁਰਤ ਜਾਂਦੀ, ਬਹੁਤੇ ਸਰੀਰ ਤੱਕ ਹੀ ਰਹਿੰਦੇ ਜੀ। ਮਹਾਰਾਜ ਕਹਿੰਦੇ ਤੂੰ ਸਰੀਰ ਨਹੀਂ ਹੈਗਾ, ਤੂੰ ਸਰੀਰ ਨਹੀਂ ਹੈਗਾ। ਇਹਨੂੰ ਸਮਝਣਾ ਹੋਵੇ ਨਾ ਤੇ ਕਦੀ ਚੌਂਕੜੀ ਮਾਰ ਕੇ ਧਿਆਨ ਨਾਲ ਬੈਠਿਓ, ਚੁੱਪ ਰਿਓ, ਚੁੱਪ, ਜੀਭ ਨਾ ਬੋਲੇ ਤੇ ਤੁਸੀਂ ਵੇਖਿਓ ਅੰਦਰ ਕੋਈ ਬੋਲਣ ਦਿਆ ਵੀ ਇਹ ਗੱਲ ਸੱਚੀ ਆ, ਇਹ ਝੂਠ। ਅੰਦਰੋਂ ਗੱਲਾਂ ਹੁੰਦੀਆਂ ਜੀ। ਹੁਣ ਸਰੀਰ ਦਾ ਮੂੰਹ ਤੇ ਚੁੱਪ ਹੈ, ਬਿਲਕੁਲ ਬੁੱਲ ਬੰਦ ਹਨ, ਚੁੱਪ ਹੈ ਬੰਦਾ, ਤੇ ਗੱਲਾਂ ਹੁੰਦੀਆਂ ਅੰਦਰ। ਉਹ ਕੌਣ ਕਰ ਰਿਹਾ? ਉਹ ਮਨ ਕਰ ਰਿਹਾ। ਤੇ ਮਨ ਤੋਂ ਵੀ ਅੱਗੇ ਜਾ ਕੇ ਬੰਦੇ ਦਾ ਸੂਖਸ਼ਮ ਰੂਪ ਹੈਗਾ। ਮਹਾਰਾਜ ਕਹਿੰਦੇ ਤੂੰ ਸਰੀਰ ਨਹੀਂ ਹੈ। ਜਾਤੀ ਮਲਕ ਇਹ ਗੱਲ ਸਮਝ ਲੈ। ਜਨਮਤ ਆਰ ਇਹੋ ਬਿਨਸਨਵਾਨ। ਇਹ ਜਿਹੜਾ ਸਰੀਰ ਹੈ ਇਹ ਤੇ ਜੰਮਦਾ ਵੀ ਹੈ ਤੇ ਮਰਦਾ ਵੀ ਹੈ। ਆਖੋ ਵਾਹਿਗੁਰੂ। ਜੰਮਿਆ ਬਣਿਆ ਵੀ ਹੈ ਤੇ ਨਾਸ਼ ਵੀ ਹੋਇਆ ਜੀ। ਸਰੀਰ ਕਿਹਦੇ ਨਾਲ ਬਣਿਆ? ਹਾੜ ਮਾਸ ਨਾੜੀ ਕੋ ਪਿੰਜਰ। ਹੱਡੀਆਂ ਦਾ, ਮਾਸ ਦਾ, ਲਹੂ ਦਾ, ਮਿੱਝ ਦਾ, ਇਹਦਾ ਬਣਿਆ ਨਾ ਸਰੀਰ। 5 ਤੱਤਾਂ ਦਾ ਬਣਿਆ। 5 ਤੱਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਸਰੀਰ ਬਣਿਆ ਇਹਨਾਂ ਦਾ ਜੀ। 5 ਤੱਤਾਂ ਦਾ ਸਰੀਰ ਬਣਿਆ। ਮਹਾਰਾਜ ਕਹਿੰਦੇ ਜਿਹੜਾ ਸਰੀਰ ਬਣਿਆ ਨਾ, ਜਨਮਤ ਅਰ ਇਹ ਬਿਨਸਨਵਾਨ, ਇਹ ਸਰੀਰ ਜੰਮਦਾ ਵੀ ਹੈ ਤੇ ਨਾਸ਼ ਵੀ ਹੁੰਦਾ ਹੈ। ਸਰੀਰ ਦਾ ਇੱਕ ਔਗੁਣ ਹੈਗਾ ਸਾਧ ਸੰਗਤ ਜੀ। ਹਾਂਜੀ। ਬਾਲਕ ਤਰਨ ਬ੍ਰਿਧ ਹੋਏ ਜਾਏ। ਮਹਾਰਾਜ ਕਹਿੰਦੇ ਫਿਰ ਇਹ ਸਰੀਰ ਪਹਿਲਾਂ ਬੱਚਾ ਜਿਹਾ ਹੁੰਦਾ, ਫਿਰ ਇਹ ਜਵਾਨ ਹੁੰਦਾ। ਜਵਾਨੀ 'ਚ ਸਰੀਰ ਭਰਦਾ ਹੈ, ਸਰੀਰ ਚੌੜਾ ਹੁੰਦਾ, ਲੰਬਾ ਹੁੰਦਾ, ਸਰੀਰ ਭਰ ਜਾਂਦਾ। ਤੇ ਜਦੋਂ ਜਵਾਨੀ ਤੋਂ ਬਾਅਦ ਬ੍ਰਿਧ ਹੋਏ ਜਾਏ, ਫਿਰ ਇਹ ਬੁੱਢਾ ਵੀ ਹੋ ਜਾਂਦਾ ਹੈ, ਕਮਜ਼ੋਰ ਵੀ ਹੋ ਜਾਂਦਾ ਹੈ। ਹਾਂਜੀ। ਆਹ ਪ੍ਰਣਾਮੀ ਏਵ ਉਪਾਏ। ਮਹਾਰਾਜ ਕਹਿੰਦੇ ਘਟਣ ਵਧਣ ਵਾਲਾ, ਉਤਪਤੀ ਵਾਲਾ ਵੀ ਹੈ ਤੇ ਵਿਨਾਸ਼ ਵਾਲਾ ਵੀ ਹੈ। ਇਹ ਸਰੀਰ ਪੈਦਾ ਵੀ ਹੋਇਆ ਤੇ ਨਾਸ਼ ਵੀ ਹੋਏਗਾ ਜੀ। ਹਾਂਜੀ। ਤਵ ਸਰੂਪ ਮਹਿ ਇਹੋ ਸਭ ਨਾਹੇ। ਪਰ ਤੇਰੇ ਰੂਪ 'ਚ ਇਹ ਚੀਜ਼ਾਂ ਨਹੀਂ ਹੈਗੀਆਂ। ਜੋ ਤੂੰ ਹੈ ਨਾ, ਤੂੰ ਨਾ ਜੰਮਣਾ ਹੈ ਨਾ ਨਾਸ ਹੋਣਾ ਹੈ। ਚੇਤਾ ਰੱਖਿਓ। ਭਾਈ ਜਾਤੀ ਮਲਕ ਦੇ ਸਰੀਰ ਦਾ ਸੰਸਕਾਰ ਹੋ ਸਕਦਾ ਹੈ, ਪਰ ਭਾਈ ਜਾਤੀ ਮਲਕ ਜੀ ਦਾ ਸੰਸਕਾਰ ਨਹੀਂ ਹੋ ਸਕਦਾ, ਕਿਉਂਕਿ ਜਾਤੀ ਮਲਕ ਸਰੀਰ ਦਾ ਨਾਮ ਨਹੀਂ, ਆਤਮਾ ਦਾ ਨਾਮ ਹੈ। ਤਵ ਸਰੂਪ ਮਹਿ ਇਹੋ ਸਭ ਨਾਹੇ। ਮਹਾਰਾਜ ਕਹਿੰਦੇ ਤੇਰੇ ਰੂਪ 'ਚ ਇਹ ਚੀਜ਼ਾਂ ਨਹੀਂ ਹੈਗੀਆਂ। ਆਤਮਾ ਨੇ ਨਾਸ ਨਹੀਂ ਹੋਣਾ। ਹਾਂਜੀ। ਸਦਾ ਏਕ ਰਸ ਜਾਨਹੁ ਤਾਹੇ। ਉਹ ਤੇ ਸਰੀਰ ਤਿਆਗਣ ਤੋਂ ਬਾਅਦ ਵੀ ਰਹਿੰਦੀ ਹੈ। ਮਹਾਰਾਜ ਕਹਿੰਦੇ ਆਤਮਾ ਤੇ ਸਰੀਰ ਤਿਆਗਣ ਤੋਂ ਬਾਅਦ ਵੀ ਇੱਕ ਰਸ ਰਹਿੰਦੀ ਹੈ। ਹਾਂਜੀ। ਤਨ ਤੇ ਸੂਖਮ ਅਹਿ ਰਿਖੀ ਕੀ। ਹਾਂ, ਮਹਾਰਾਜ ਕਹਿੰਦੇ ਸਰੀਰ ਤੋਂ ਵੀ ਸੂਖਮ ਇੰਦਰੀਆਂ ਨੇ ਬੰਦੇ ਦੀਆਂ। ਆਖੋ ਵਾਹਿਗੁਰੂ। ਸਰੀਰ ਤੋਂ ਅੱਗੇ ਦੀ ਗੱਲ ਹੈ ਇੰਦਰੀਆਂ ਦੀ। ਇੰਦਰੀਆਂ ਵੀ ਕਿੰਨੀਆਂ ਨੇ? 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਨੇ। ਹਾਂਜੀ। ਤਿਨ ਕੀ ਗਤ ਜਾਨਹੁ ਬਿਦ ਨੀਕੀ। ਮਹਾਰਾਜ ਕਹਿਣ ਲੱਗੇ ਵੀ ਇੱਕ ਸਰੀਰ ਹੈ ਤੇ ਸਰੀਰ ਦੇ ਵਿੱਚ ਇੰਦਰੀਆਂ ਰੱਖੀਆਂ ਪਰਮੇਸ਼ਰ ਨੇ। ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਗਤ ਹੈ ਉਹ ਵੀ ਚੰਗੀ ਤਰ੍ਹਾਂ ਜਾਣ ਲੈ, ਇੰਦਰੀਆਂ ਦੇ ਕੰਮ ਵੀ ਜਾਣ ਲੈ। ਹਾਂਜੀ। ਇਹ ਭੀ ਨਹਿ ਸਰੂਪ ਨਿਜ ਜਾਨਹੁ। ਇੰਦਰੀ ਕੀ ਹੈ ਜੀ? ਇੰਦਰੀਆਂ ਕਿਹਨੂੰ ਕਹਿੰਦੇ? ਅੱਖਾਂ ਗਿਆਨ ਇੰਦਰਾ ਹੈ, ਜੀਭ ਇੰਦਰਾ ਹੈ ਗਿਆਨ। ਇਸ ਤਰ੍ਹਾਂ ਅੱਖਾਂ ਹਨ, ਕੰਨ ਹੈ, ਨੱਕ ਹੈ, ਜੀਭ ਹੈ, ਤਵਚਾ ਹੈ,
ਸਾਧ ਸੰਗਤ ਜੀ, ਇਹ ਗਿਆਨ ਇੰਦਰੇ ਨੇ। ਮਹਾਰਾਜ ਕਹਿੰਦੇ ਇਹ ਵੀ ਤੇਰਾ ਰੂਪ ਨਹੀਂ ਹੈਗਾ। ਆਖੋ ਵਾਹਿਗੁਰੂ। ਗੁਰੂ ਬੰਦਾ ਸਿੱਧੀ ਜੀ ਗੱਲ ਹੈਗੀ ਆ ਜੀ, ਕਿਸੇ ਦਾ ਸਿਰ ਪੀੜ ਹੋਵੇ, ਉਹ ਕਹਿੰਦਾ ਮੇਰਾ ਸਿਰ ਪੀੜ ਹੋ ਰਿਹਾ। ਆਪਾਂ ਇਹੋ ਸੁਣਦੇ ਆ, ਬੰਦਾ ਕੀ ਕਹਿੰਦਾ? ਮੇਰਾ ਸਿਰ ਪੀੜ ਹੋ ਰਿਹਾ। ਹੁਣ ਮੇਰਾ ਤੇ ਮੈਂ 'ਚ ਬੜਾ ਫਰਕ ਹੁੰਦਾ। ਤੇ ਆਪਾਂ ਕਹਿੰਦੇ ਆ ਕੜਾ ਮੇਰਾ ਹੈ, ਕੜਾ ਹੋਰ ਹੈ ਤੇ ਮੈਂ ਹੋਰ ਆ। ਕੜਾ ਮੇਰਾ, ਮੈਂ ਕੜਾ ਤਾਂ ਨਹੀਂ ਨਾ ਹੈਗਾ। ਬੰਦਾ ਕਹਿੰਦਾ ਮੇਰਾ ਸਿਰ ਪੀੜ ਹੋ ਰਿਹਾ, ਇਹਦਾ ਮਤਲਬ ਇਹ ਹੈ ਵੀ ਸਿਰ ਹੋਰ ਹੈ ਤੇ ਬੰਦਾ ਹੋਰ ਹੈਗਾ ਜੀ। ਸਿਰ ਕਿਹਦਾ? ਸਿਰ ਸਰੀਰ ਦਾ। ਸਰੀਰ ਕਿਹਦਾ? ਸਰੀਰ ਮਿੱਟੀ ਦਾ ਹੈ। ਆਖੋ, ਸਰੀਰ ਮਿੱਟੀ ਦਾ। ਮਹਾਰਾਜ ਕਹਿੰਦੇ ਇਹ ਵੀ ਨਹਿ ਸਰੂਪ ਨਿਜ ਜਾਨਹੁ, ਜਾਤੀ ਮਲਕ। ਇੰਦਰੀਆਂ ਵੀ ਤੇਰਾ ਰੂਪ ਨਹੀਂ ਹੈਗਾ। ਹਾਂਜੀ। ਇੱਕ ਤਾਂ ਬ੍ਰਿਥਕ ਬ੍ਰਿਥਕ ਇਨ ਮਾਨਹ। ਇੱਕ ਤਾਂ ਇਹ ਵੱਖ ਵੱਖ ਹੈ, ਅੱਖਾਂ ਵੱਖਰੀਆਂ ਹਨ, ਕੰਨ ਵੱਖਰੇ ਹੈ, ਨੱਕ ਵੱਖਰੇ ਹੈ, ਜੀਭ ਵੱਖਰੀ ਹੈ, ਹੱਥ ਵੱਖਰੇ ਹੈ, ਪੈਰ ਵੱਖਰੇ ਹੈ, ਇੰਦਰੀਆਂ ਵੱਖੋ ਵੱਖਰੀਆਂ ਨੇ। ਹਾਂਜੀ। ਸਭ ਕੋ ਇੱਕ ਸੁਭਾਵ ਨਹਿ ਹੈ। ਮਹਾਰਾਜ ਕਹਿੰਦੇ ਫਿਰ ਇੰਦਰੀਆਂ ਦਾ ਸੁਭਾਅ ਇੱਕ ਨਹੀਂ ਹੈਗਾ। ਕਿਵੇਂ ਨਹੀਂ ਹੈਗਾ ਜੀ? ਤੁਸੀਂ ਦੱਸੋ ਵੀ ਅੱਖਾਂ ਬੋਲ ਸਕਦੀਆਂ ਨੇ ਜੀ? ਆਖੋ ਵਾਹਿਗੁਰੂ। ਅੱਖਾਂ ਬੋਲ ਸਕਦੀਆਂ ਨੇ? ਨਹੀਂ। ਜੀਭ ਸੁਣ ਸਕਦੀ ਹੈ? ਨਹੀਂ। ਕੰਨ ਕੁਝ ਖਾ ਸਕਦੇ ਹੈ? ਨਹੀਂ ਖਾ ਸਕਦੇ। ਹਰ ਇੱਕ ਦਾ ਕੰਮ ਵੱਖੋ ਵੱਖਰਾ ਕਹਿੰਦੇ। ਇਹਨਾਂ ਦਾ ਸੁਭਾਅ ਇੱਕ ਨਹੀਂ ਹੈਗਾ। ਹਾਂਜੀ। ਦੇਖਹਿ ਸੁਨਹਿ ਗੰਧ ਰਸ ਲਹੈ। ਇਹ ਇੰਦਰੀਆਂ ਵੇਖਣ ਵਾਲੀ ਹੋਰ ਹੈ, ਸੁਣਨ ਵਾਲੀ ਹੋਰ ਹੈ, ਸੁੰਘਣ ਵਾਲੀ ਹੋਰ ਹੈ ਤੇ ਰਸ ਲੈਣ ਵਾਲੀ ਹੋਰ ਹੈ। ਵੇਖਣ ਵਾਲੀ ਇੰਦਰੀ ਕਿਹੜੀ ਹੈ? ਅੱਖਾਂ। ਸੁਣਨ ਵਾਲੀ ਕੰਨ, ਤੇ ਸਾਧ ਸੰਗਤ ਜੀ ਸੁੰਘਣ ਵਾਲੀ ਨੱਕ, ਤੇ ਰਸ ਲੈਣ ਵਾਲੀ ਜੀਭ। ਮਹਾਰਾਜ ਕਹਿੰਦੇ ਵੱਖੋ ਵੱਖਰੇ ਸੁਭਾਅ ਨੇ। ਹੁਣ ਬਹੁਤੇ ਤਾਂ ਸਮਝਦੇ ਮੈਂ ਜੀਭ ਹੀ ਹੈਗਾ, ਖਾਈ ਜਾਵਾਂ ਖਾਈ ਜਾਵਾਂ। ਹਾਂਜੀ। ਤੁਵ ਸਰੂਪ ਮਹਿ ਇਹ ਕੁਛ ਨਾਹੀ। ਮਹਾਰਾਜ ਕਹਿੰਦੇ ਜਾਤੀ ਮਲਕ ਤੇਰੇ ਵਿੱਚ ਇਹ ਕੁਝ ਵੀ ਨਹੀਂ ਹੈਗਾ। ਜੋ ਤੂੰ ਹੈ, ਤੂੰ ਅੱਖਾਂ, ਨੱਕ, ਕੰਨ, ਇਹਨਾਂ ਸਭਨਾਂ ਤੋਂ ਪਰਾਂ ਹੈਗਾ। ਹਾਂਜੀ। ਇਨ ਤੇ ਪਰੈ ਲਖਹੁ ਔਰ ਮਾਹੀ। ਇਹਨਾਂ ਤੋਂ ਪਰਾਂ ਸਮਝੋ, ਇਹਨਾਂ ਤੋਂ ਵੱਖ ਸਮਝੋ ਆਪਣੇ ਆਪ ਨੂੰ। ਜੋ ਸੰਕਲਪ ਵਿਕਲਪ ਉਠਾਵੈ। ਫਿਰ ਮਹਾਰਾਜ ਕਹਿੰਦੇ ਅੰਦਰ ਫੁਰਨੇ ਬਣਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਗੁਰੂ ਸਾਹਿਬ ਪਹਿਲਾਂ ਸਰੀਰ ਦੀ ਗੱਲ ਕਰਦੇ, ਹੁਣ ਸਰੀਰ ਦੇ ਵਿੱਚ ਜਾਂਦੇ ਆ। ਕਿੱਥੇ ਜਾ ਰਹੇ? ਸਰੀਰ ਦੇ ਵਿੱਚ। ਮਹਾਰਾਜ ਕਹਿੰਦੇ ਸੰਕਲਪ ਬਣਦੇ ਆ, ਵਿਕਲਪ ਬਣਦੇ ਆ। ਹਾਂਜੀ। ਦੌਰਤ ਜਾਤ ਤੁਰਤ ਹਟ ਆਵੈ। ਫੁਰਨੇ ਬਣਦੇ ਆ। ਕਦੀ ਤੇ ਫੁਰਨੇ ਭੱਜੇ ਹੀ ਜਾਂਦੇ, ਤੁਰੇ ਹੀ ਜਾਂਦੇ, ਤੁਰੇ ਜਾਂਦੇ, ਕਦੀ ਹਟ ਜਾਂਦੇ ਆ। ਇਹ ਫੁਰਨੇ ਕਿੰਨੇ ਬਣਦੇ? ਮਹਾਰਾਜ ਕਹਿੰਦੇ। ਹਾਂਜੀ। ਇਹੋ ਰਖੀਕ ਤੇ ਸੂਖਮ ਮਨ ਹੈ। ਉਹ ਫੁਰਨੇ ਕੌਣ ਬਣਾਉਂਦਾ ਹੈ? ਮਹਾਰਾਜ ਕਹਿੰਦੇ ਉਹ ਇੰਦਰੀਆਂ ਤੋਂ ਵੀ ਸੂਖਮ ਜਿਹੜਾ ਮਨ ਹੈਗਾ ਨਾ, ਉਹਦਾ ਕੰਮ ਹੈਗਾ ਫੁਰਨੇ ਬਣਾਉਣੇ। ਆਤਮਾ ਫੁਰਨਾ ਨਹੀਂ ਬਣਾਉਂਦੀ। ਆਖੋ ਵਾਹਿਗੁਰੂ। ਆਤਮਾ ਨਹੀਂ ਫੁਰਨਾ ਬਣਾਉਂਦੀ। ਹਾਂਜੀ। ਸ਼ੁੱਧ ਅਸ਼ੁੱਧ ਹੋਤ ਬੁੱਧ ਭਨ ਹੈ। ਮਹਾਰਾਜ ਕਹਿੰਦੇ ਕਦੀ ਬੜੇ ਮੈਲੇ ਫੁਰਨੇ ਆਉਣ ਲੱਗ ਪੈਂਦੇ ਆ, ਤੇ ਕਦੀ ਬੜੇ ਸ਼ੁੱਧ ਵੀ ਆਉਣ ਲੱਗ ਪੈਂਦੇ ਆ। ਏਦਾਂ ਹੀ ਚੱਲਦਾ ਬੰਦੇ ਦਾ ਮਨ ਹੈਗਾ ਜੀ। ਕਬਹੂ ਜੀਰਾ ਊਬ ਚਰਤ ਹੈ, ਕਬਹੂ ਜਾਏ ਪਏ ਆਲੇ। ਹਾਂਜੀ। ਮਨ ਤੇ ਥੂਲ ਪ੍ਰਾਨ ਜੇ ਅਹੈ। ਮਹਾਰਾਜ ਕਹਿੰਦੇ ਇਹ ਫੁਰਨੇ ਬਣਾਉਂਦਾ ਤੇਰਾ ਮਨ। ਹੁਣ ਮਨ ਤੋਂ ਵੀ ਅੱਗੇ ਚੱਲ। ਮਹਾਰਾਜ ਕਹਿੰਦੇ ਮਹਾਰਾਜ ਮਨ ਤੋਂ ਅੱਗੇ ਕੀ ਹੈ? ਫਿਰ ਪੜੋ। ਮਨ ਤੇ ਥੂਲ ਪ੍ਰਾਨ ਜੇ ਅਹੈ। ਮਹਾਰਾਜ ਕਹਿੰਦੇ ਉਹ ਹੈਗੇ ਪ੍ਰਾਣ। ਆਖੋ ਵਾਹਿਗੁਰੂ।
ਮਨ ਦੇ ਮਰਿਆਂ ਮੌਤ ਨਹੀਂ ਹੁੰਦੀ, ਪ੍ਰਾਣ ਦੇ ਨਿਕਲਿਆਂ ਸਰੀਰ ਦੀ ਮੌਤ ਹੁੰਦੀ ਜੇ। ਮਨ ਹੋਰ ਹੈ, ਪ੍ਰਾਣ ਹੋਰ ਹੈ, ਸਰੀਰ ਹੋਰ ਹੈ, ਇੰਦਰੀਆਂ ਹੋਰ ਹੈ, ਵੱਖੋ ਵੱਖਰੀਆਂ ਚੀਜ਼ਾਂ ਨੇ। ਹੁਣ ਬਾਹਰ ਦਾ ਤੇ ਸਾਰਾ ਹੀ ਗਿਆਨ ਚੁੱਕੀ ਫਿਰਦੇ ਆ, ਆਪਣੇ ਸਰੀਰ ਬਾਰੇ ਪਤਾ ਹੀ ਕੱਖ ਨਹੀਂ ਜੀ। ਏਦਾਂ ਹੀ ਹੈ ਨਾ ਜੀ, ਆਪਣੇ ਸਰੀਰ ਬਾਰੇ ਕੱਖ ਨਹੀਂ ਪਤਾ ਜੀ। ਮਨ ਤੇ ਥੂਲ ਪ੍ਰਾਣ ਜੇ ਹੈ, ਜਿਹੜੇ ਮਨ ਤੋਂ ਵੀ ਸੂਖਮ ਨੇ ਉਹ ਹੈਗੇ ਪ੍ਰਾਣ। ਹਾਂਜੀ, ਸੋ ਭੀ ਆਵਨ ਜਾਨੋ ਲਹੈ। ਉਹ ਵੀ ਆਉਂਦੇ ਜਾਂਦੇ ਵੇਖੇ ਜਾਂਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਪ੍ਰਾਣ ਵਿੱਚ ਪੈ ਗਏ ਤੇ ਪ੍ਰਾਣ ਨਿਕਲ ਗਏ। ਪ੍ਰਾਣ ਵੀ ਆਉਂਦੇ ਜਾਂਦੇ ਰਹਿੰਦੇ ਆ, ਸਾਹ ਵੀ ਆਉਂਦੇ ਜਾਂਦੇ ਰਹਿੰਦੇ ਆ। ਹਾਂਜੀ, ਖਟ ਵਿਕਾਰ ਇਹ तीनों ਮਾਨੀ। ਮਹਾਰਾਜ ਕਹਿਣ ਲੱਗੇ ਸਰੀਰ, ਫਿਰ ਮਨ ਤੇ ਪ੍ਰਾਣ, ਇਹਨਾਂ ਤਿੰਨਾਂ ਵਿੱਚ 6 ਔਗੁਣ ਨੇ, ਵਿਕਾਰ ਨੇ। ਵੈਸੇ ਵਿਕਾਰ ਪਤਾ ਕਿਹਨੂੰ ਕਹਿੰਦੇ? ਆਪਾਂ ਕਹਿੰਦੇ ਫਲਾਣੇ ਦਾ ਮਨ ਵਿਕਾਰੀ ਹੋ ਗਿਆ। ਵਿਕਾਰ ਕਿਹਨੂੰ ਕਹਿੰਦੇ ਆ? ਵਿਕਾਰ ਕਹਿੰਦੇ ਬਦਲਵੇਂ ਰੂਪ ਨੂੰ। ਬਦਲਵੇਂ ਰੂਪ ਨੂੰ ਵਿਕਾਰ ਕਹਿੰਦੇ ਚ ਵੀ ਰੂਪ ਬਦਲ ਗਿਆ। ਦੁੱਧ ਦਾ ਵਿਕਾਰ ਦਹੀਂ ਹੈ, ਦਹੀਂ ਦਾ ਵਿਕਾਰ ਮੱਖਣ ਹੈ, ਮੱਖਣ ਦਾ ਵਿਕਾਰ ਘਿਓ ਹੈ। ਬਦਲਦਾ ਗਿਆ ਨਾ। ਮਨ ਜੁੜਿਆ ਹੋਇਆ, ਮਨ ਚ ਗੰਦੇ ਫੁਰਨੇ ਆ ਗਏ, ਕਹਿੰਦੇ ਵਿਕਾਰ ਆ ਗਏ ਜੀ। ਕੀ ਮਨ ਬਦਲ ਗਿਆ, ਅਵਸਥਾ ਬਦਲ ਗਈ। ਮਹਾਰਾਜ ਕਹਿੰਦੇ ਖੱਟ ਵਿਕਾਰ, ਇਹਨਾਂ ਵਿੱਚ ਔਗੁਣ ਨੇ, ਵਿਕਾਰ ਨੇ, ਇਹ ਬਦਲਦੇ ਰਹਿੰਦੇ ਹਨ। ਜਨਮ ਮਰਨ ਤਨ ਮਹਿ ਹੋਏ ਜਾਨੀ। ਸਰੀਰ ਦਾ ਇਹ ਵਿਕਾਰ ਹੈ, ਸਾਡੇ ਸਰੀਰ ਦਾ ਇਹ ਵਿਕਾਰ ਹੈ, ਇਹ ਜੰਮਦਾ ਤੇ ਨਾਸ ਹੋ ਜਾਂਦਾ ਜੀ। ਇਹ ਸੜ ਵੀ ਸਕਦਾ ਹੈ, ਇਹ ਗਲ ਵੀ ਸਕਦਾ ਹੈ, ਇਹ ਮਿੱਟੀ ਵੀ ਹੋ ਜਾਂਦਾ ਹੈ। ਹਾਂਜੀ, ਸ਼ੁੱਧਾ ਪਿਪਾਸਾ ਪ੍ਰਾਣ ਧਰੰਤੇ। ਤੇ ਜਿਹੜੇ ਪ੍ਰਾਣ ਨੇ ਉਹਨਾਂ ਦਾ ਵਿਕਾਰ ਪਤਾ ਕੀ ਹੈ? ਪ੍ਰਾਣਾਂ ਨੂੰ ਭੁੱਖ ਲੱਗਦੀ ਹੈ, ਪ੍ਰਾਣਾਂ ਨੂੰ ਪਿਆਸ ਲੱਗਦੀ ਹੈ। ਮੈਂ ਬੜੀ ਵਾਰੀ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕੀਤੀ ਹੈ। ਤੁਸੀਂ ਕਈ ਵਾਰੀ ਸੁਣਿਆ ਹੋਏਗਾ, ਬੰਦੇ ਕਹਿੰਦੇ ਪਾਣੀ ਤੋਂ ਬਗੈਰ ਤੇ ਮੇਰੇ ਪ੍ਰਾਣ ਨਿਕਲ ਚੱਲੇ ਨੇ। ਪਿਆਸ ਪ੍ਰਾਣਾਂ ਨੂੰ ਲੱਗਦੀ ਹੈ। ਮਹਾਰਾਜ ਕਹਿੰਦੇ ਪ੍ਰਾਣਾਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ, ਉਹਨਾਂ ਦਾ ਔਗੁਣ ਹੈ। ਹਰਖ ਚੋਕ ਮਨ ਕੋ ਲਖਿਅੰਤੇ। ਤੇ ਮਨ ਦਾ ਔਗੁਣ ਕੀ ਹੈਗਾ? ਅੱਜ ਮੇਰਾ ਮਨ ਬੜਾ ਹੀ ਦੁਖੀ ਹੈ। ਆਖੋ ਵਾਹਿਗੁਰੂ। ਅੱਜ ਮਨ ਨੂੰ ਨਾ ਸੁੱਖ ਮਹਿਸੂਸ ਹੋ ਰਿਹਾ ਹੈ। ਹੁਣ ਗੱਲਾਂ ਤੇ ਆਪਾਂ ਰੋਜ਼ ਬੋਲਦੇ ਆਂ, ਪਰ ਧਿਆਨ ਨਹੀਂ ਦਿੰਦੇ ਜੀ। ਮਹਾਰਾਜ ਕਹਿੰਦੇ ਮਨ ਦਾ ਇਹ ਸੁਭਾਅ, ਇਹ ਸੁਖੀ ਵੀ ਹੁੰਦਾ, ਇਹ ਦੁਖੀ ਵੀ ਹੁੰਦਾ ਜੀ। ਹਾਂਜੀ, ਇਨ ਤੇ ਭੀ ਸੂਖਮ ਤਵ ਰੂਪ। ਮਹਾਰਾਜ ਕਹਿੰਦੇ ਜਾਤੀ ਮਲਕ ਤੇਰਾ ਰੂਪ ਇਹਨਾਂ ਤੋਂ ਵੀ ਸੂਖਮ ਹੈ। ਨਾ ਤੂੰ ਸਰੀਰ ਹੈ, ਨਾ ਤੂੰ ਮਨ ਹੈ, ਨਾ ਤੂੰ ਪ੍ਰਾਣ ਹੈ। ਹਾਂਜੀ, ਖਸਟ ਵਿਕਾਰਨ ਪ੍ਰਿਥਕ ਅਨੂਪ। ਕਿਉਂ? ਇਹ ਤਾਂ ਸਭ ਵਿਕਾਰੀ ਹੈ। ਸਰੀਰ 'ਚ ਵੀ ਵਿਕਾਰ ਹੈ, ਮਨ 'ਚ ਵੀ ਵਿਕਾਰ ਹੈ, ਪ੍ਰਾਣ 'ਚ ਵੀ ਵਿਕਾਰ ਹੈ। ਸਦਾ ਅਚਲ ਨਹਿ ਆਵਤ ਜਾਏ। ਪਰ ਜੋ ਤੂੰ ਹੈ ਉਹ ਸਦਾ ਅਚਲ ਹੈ, ਚਲਾਏਮਾਨ ਨਹੀਂ ਹੈ। ਹਾਂਜੀ, ਮਨ ਆਦਿਕ ਪ੍ਰੇਰਕ ਸਮੁਦਾਇ। ਤੂੰ ਹੀ ਮਨ ਆਦਿਕ ਨੂੰ ਪ੍ਰੇਰਦਾ ਹੈ। ਹੁਣ ਵੇਖੋ ਨਾ ਜੀ, ਇੱਕ ਬੰਦਾ ਘੋੜੇ ਨੂੰ ਚਲਾਉਂਦੇ ਆ, ਘੋੜਾ ਹੋਰ ਹੈ ਤੇ ਉਹ ਹੋਰ ਹੈ, ਤਾਈਓ ਚਲਾਉਂਦੇ ਆ ਨਾ। ਮਹਾਰਾਜ ਕਹਿੰਦੇ ਜਾਤੀ ਮਲਕ ਤੂੰ ਕੁਝ ਹੋਰ ਹੈ, ਸਾਡੇ ਬਾਰੇ, ਸਾਰਿਆਂ ਬਾਰੇ। ਹਾਂਜੀ, ਮਨ ਕੀ ਗਤਾ ਗਤੀ ਜੋ ਲਖੈ। ਅਸਲ ਵਿੱਚ ਮਨ ਕੀ ਚਾਹੁੰਦਾ ਉਹਨੂੰ ਜਾਣਨ ਵਾਲਾ ਤੂੰ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਆਪਾਂ ਕਹਿੰਦੇ ਅੱਜ ਨਹੀਂ ਮੇਰਾ ਮਨ ਕਰਦਾ ਕਥਾ ਸੁਣਨ ਨੂੰ, ਮੈਂ ਨਹੀਂ ਜਾਣਾ ਗੁਰਦੁਆਰੇ, ਮੇਰਾ ਮਨ ਨਹੀਂ ਕਰਦਾ ਕਥਾ ਸੁਣਨ ਨੂੰ। ਉਹ ਕੌਣ ਹੈ ਜਿਹੜਾ ਮਨ ਦੀ ਗੱਲ ਸੁਣ ਰਿਹਾ ਹੈ? ਆਖੋ ਵਾਹਿਗੁਰੂ। ਵਾਹਿਗੁਰੂ। ਉਹ ਕੌਣ ਹੈ ਜਿਹੜਾ ਮਨ ਦੀ ਵੀ ਗੱਲ ਸੁਣ ਰਿਹਾ? ਮਹਾਰਾਜ ਕਹਿੰਦੇ ਉਹ ਤੂੰ ਹੈ। ਆਖੋ ਵਾਹਿਗੁਰੂ। ਵਾਹਿਗੁਰੂ।
ਫਿਰ ਪੰਕਤੀ ਪੜੋ। ਮਨ ਕੀ ਗਤਾ ਗਤੀ ਜੋ ਲਖੈ। ਜਿਹੜਾ ਮਨ ਦੀ ਗਤੀ ਨੂੰ ਜਾਣਦਾ ਹੋਵੇ, ਮਨ ਦੀਆਂ ਅਵਸਥਾਵਾਂ ਨੂੰ ਜਾਣਦਾ ਹੋਵੇ, ਸਭ ਤੇ ਨਿਆਰੋ ਸਭ ਤੇ ਬਿਖੈ ਸਭ ਕੇ ਬਿਖੈ। ਮਹਾਰਾਜ ਕਹਿੰਦੇ ਵੇਖੋ ਸਾਰਿਆਂ ਦੇ ਵਿੱਚ ਹੈ ਤੂੰ, ਸਰੀਰ ਚ ਵੀ ਹੈ, ਇੰਦਰੀਆਂ ਚ ਵੀ ਹੈ, ਪ੍ਰਾਣਾਂ ਚ ਵੀ ਹੈ, ਮਨ ਚ ਵੀ ਹੈ, ਆ ਇਸ ਪਿੰਜਰੇ ਚ ਹੈ ਨਾ, ਹੈ ਸਾਰਿਆਂ ਦੇ ਵਿੱਚ ਹੈ, ਪਰ ਸਭ ਤੋਂ ਵੱਖਰਾ ਵੀ ਹੈ। ਹਾਂਜੀ, ਜਾਣਨੀਏ ਜੋ ਬੁੱਧ ਤੇ ਹਾਂ ਅਹੈ। ਮਹਾਰਾਜ ਕਹਿੰਦੇ ਇਹਨੂੰ ਬੁੱਧੀ ਨਾਲ ਜਾਣਿਆ ਜਾ ਸਕਦਾ, ਅਭਿਆਸ ਕੀਤਿਆਂ ਪਤਾ ਲੱਗਦਾ ਮੈਂ ਸਰੀਰ ਨਹੀਂ ਆ, ਮੈਂ ਸਰੀਰ ਨਹੀਂ ਆ। ਸਿੱਧੀ ਜੀ ਗੱਲ ਹੈ, ਬਹੁਤ ਸੌਖੀ ਉਦਾਹਰਣ ਹੈ, ਇਹਨੂੰ ਬੜੇ ਧਿਆਨ ਨਾਲ ਸਮਝਿਓ। ਕੋਈ ਕਿਰਾਏਦਾਰ ਹੈ ਜੀ, ਕਿਰਾਏਦਾਰ, ਉਹ ਕਿਰਾਏ ਦੇ ਮਕਾਨ ਤੇ ਰਹਿੰਦਾ ਜੀ। ਫਿਰ ਉਹਨੇ ਉਹ ਕਮਰਾ ਬਦਲ ਦਿੱਤਾ ਜੀ, ਉਹ ਘਰ ਛੱਡਤਾ ਤੇ ਦੂਜੇ ਘਰ ਚਲੇ ਗਿਆ। ਆਪਾਂ ਕਹਿੰਦੇ ਰਾਮ ਸਿੰਘ ਨੇ ਇਹ ਘਰ ਛੱਡਤਾ ਤੇ ਅਗਲੇ ਘਰ ਚਲੇ ਗਿਆ। ਇਹਦਾ ਮਤਲਬ ਰਾਮ ਸਿੰਘ ਹੋਰ ਸੀ ਤੇ ਘਰ ਹੋਰ ਸੀ। ਇਸੇ ਤਰ੍ਹਾਂ ਅਸੀਂ ਹੋਰ ਹਾਂ ਤੇ ਸਰੀਰ ਹੋਰ ਹੈਗਾ ਜੀ, ਪਰ ਕਰੀਏ ਕਿ ਫਸੇ ਪਏ ਹਾਂ ਸਰੀਰ 'ਚ ਜੀ। ਤੋਤਾ ਪਿੰਜਰੇ 'ਚ ਫਸਿਆ ਪਿਆ ਤੇ ਤੋਤਾ ਸਮਝਦਾ ਮੈਂ ਪਿੰਜਰਾ ਹੀ ਹੈਗਾ, ਪਰ ਇਹ ਤਾਂ ਜਦੋਂ ਪਿੰਜਰੇ 'ਚੋਂ ਨਿਕਲੇਗਾ ਉਰੋਂ ਪਤਾ ਲੱਗੇਗਾ ਮੈਂ ਪਿੰਜਰਾ ਨਹੀਂ ਹੈਗਾ। ਮਹਾਰਾਜ ਕਹਿੰਦੇ ਬੁੱਧੀ ਨਾਲ ਜਾਣਿਆ ਜਾਂਦਾ ਜਾਤੀ ਮਲਕ। ਵਿਸ਼ੈ ਰਿਖੀ ਕਨ ਕੋ ਨਹਿ ਲਹੈ। ਇਹ ਇੰਦਰੀਆਂ ਦਾ ਵਿਸ਼ਾ ਨਹੀਂ ਹੈਗਾ, ਅੱਖਾਂ ਦਾ ਵਿਸ਼ਾ ਨਹੀਂ ਹੈਗਾ ਆਪਣੇ ਆਪ ਨੂੰ ਜਾਣਨਾ, ਜੀਭ ਦਾ ਵਿਸ਼ਾ ਨਹੀਂ ਹੈਗਾ ਆਪਣੇ ਆਪ ਨੂੰ ਜਾਣ। ਜੀਭ ਕੀ ਜਾਣੇਗੀ ਆਪਣੇ ਆਪ ਨੂੰ? ਇਹ ਕੰਨਾਂ ਦਾ ਵਿਸ਼ਾ ਨਹੀਂ ਹੈ। ਸਭ ਤੇ ਨਿਕਟ ਸਭਨ ਤੇ ਦੂਰ। ਮਹਾਰਾਜ ਕਹਿੰਦੇ ਸਾਰਿਆਂ ਤੋਂ ਨੇੜੇ ਹੈ, ਪਰ ਗਿਆਨ ਨਾ ਹੋਣ ਕਰਕੇ ਸਭ ਤੋਂ ਦੂਰ ਹੋਇਆ ਪਿਆ ਬੰਦਾ, ਭਾਵ ਆਪਣੇ ਆਪ ਤੋਂ ਹੀ ਦੂਰ ਹੋਇਆ ਪਿਆ। ਹਾਂਜੀ, ਸੱਚ ਦਾ ਆਨੰਦ ਰਹਿਓ ਭਰਪੂਰ। ਉਹ ਜੋ ਤੂੰ ਹੈ ਉਹ ਸੱਚ ਦਾ ਆਨੰਦ, ਸਦਾ ਆਨੰਦ, ਸਤ ਸੁਹਾਣ, ਸਦਾ ਮਨ ਚਾਉ ਦਾ ਰੂਪ ਹੈ। ਪਰ ਸੋਝੀ ਨਾ ਹੋਣ ਕਰਕੇ ਬੰਦੇ ਨੂੰ ਪਤਾ ਨਹੀਂ ਲੱਗਦਾ ਜੀ। ਕਦੀ ਟਿਕ ਕੇ ਤੇ ਬੈਠੇ, ਆਖੋ ਵਾਹਿਗੁਰੂ। ਕਦੀ ਤੇ ਸਰੀਰ ਨੂੰ ਟਿਕਾਵੇ, ਆਪਣੇ ਆਪ ਦਾ ਚਿੰਤਨ ਕਰੇ। ਹਾਂਜੀ, ਜਿਸ ਅਲੰਬ ਕੋ ਲਹਿ ਸਮੁਦਾਇ। ਮਹਾਰਾਜ ਕਹਿੰਦੇ ਉਹਦਾ ਰੂਪ ਹੈ ਤੂੰ, ਜਿਹਦਾ ਆਸਰਾ ਜਿਹਦਾ ਆਸਰਾ ਸਭ ਨੂੰ ਹੈਗਾ। ਹਾਂਜੀ, ਸਭ ਜੜ ਸਭ ਜੇ ਚੇਤਨ ਹੋਏ ਜਾਏ। ਜੜ ਤੇ ਚੇਤਨ ਜਿਹਦੇ ਤੋਂ ਸਾਰੇ ਹੀ ਬਣੇ ਆ, ਚੱਲਦੇ ਫਿਰਦੇ ਤੇ ਰੁਕੇ ਹੋਏ ਸਭ ਵਾਹਿਗੁਰੂ ਤੋਂ ਬਣੇ ਆ। ਮਹਾਰਾਜ ਕਹਿੰਦੇ ਉਹ ਤੂੰ ਹੈ, ਤੂੰ ਵਿੱਚ ਹੈ, ਤੇਰੇ ਉਹ ਸਰੀਰ ਦੇ ਵਿੱਚ ਹੈ ਤੇ ਤੂੰ ਹੀ ਹੈ ਉਹ। ਹਾਂਜੀ, ਸੋ ਸਰੂਪ ਤੂੰ ਆਪਣੋ ਜਾਨ। ਉਹ ਰੂਪ ਹੈ ਤੂੰ, ਜਾਤੀ ਮਲਕ ਜਿਹਦਾ ਨਾਸ਼ ਨਹੀਂ ਹੋਣਾ ਕਦੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੁਣ ਭਾਈ ਜਾਤੀ ਮਲਕ ਜੀ ਡੂੰਘੀ ਗੱਲ ਕਰਨ ਵਾਲੇ ਆ ਤੇ ਮਹਾਰਾਜ ਨੇ ਡੂੰਘੀ ਗੱਲ ਸੁਣਾਈ। ਤੇ ਜੇ ਜਾਤੀ ਮਲਕ ਜੀ ਹੁੰਦੇ ਮਹਾਰਾਜ ਖੀਰ ਬਣਾਈ ਕਿ ਕੜਾਹ, ਤੇ ਮਹਾਰਾਜ ਨੇ ਦੱਸਣਾ ਸੀ ਵੀ ਦੋਵੇਂ ਬਣਾਏ ਆ। ਆਖੋ ਵਾਹਿਗੁਰੂ, ਭਾਵ ਉਹੋ ਜੀ ਗੱਲ ਕਰਨੀ ਸੀਗੀ, ਪਰ ਇਹ ਡੂੰਘੀ ਗੱਲ ਪੁੱਛਦੇ ਤੇ ਡੂੰਘੀ ਗੱਲ ਦਾ ਹੀ ਉੱਤਰ ਦੇ ਰਹੇ ਮਹਾਰਾਜ। ਹਾਂਜੀ, ਨਿਰਵਿਕਾਰ ਅਬਨਾਛੀ ਮਾਨ। ਮਹਾਰਾਜ ਕਹਿਣ ਲੱਗੇ ਜਾਤੀ ਮਲਕ ਜੋ ਤੂੰ ਹੈ ਉਹ ਨਿਰਵਿਕਾਰ ਹੈ। ਸਰੀਰ ਦਾ ਕੀ ਵਿਕਾਰ ਹੈ? ਜੰਮਣਾ ਤੇ ਮਰਨਾ। ਮਨ ਦਾ ਕੀ ਵਿਕਾਰ ਹੈ? ਦੁੱਖ ਤੇ ਸੁੱਖ। ਪ੍ਰਾਣਾਂ ਦਾ ਕੀ ਵਿਕਾਰ ਹੈ? ਭੁੱਖ ਪਿਆਸ। ਪਰ ਆਤਮਾ ਦਾ ਕੋਈ ਵੀ ਵਿਕਾਰ ਨਹੀਂ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਕਹੋ ਕਬੀਰ ਤੂੰ ਰਾਮ ਕੀ ਅੰਸ, ਉਹਦਾ ਕੋਈ ਵਿਕਾਰ ਨਹੀਂ। ਉਹ ਅਬਿਨਾਸ਼ੀ ਹੈ, ਸਰੀਰ ਅਬਿਨਾਸ਼ੀ ਹੈ, ਪ੍ਰਾਣ ਵੀ ਖਤਮ ਹੋ ਜਾਣਗੇ, ਮਨ ਸਰੀਰ ਖਤਮ ਹੋ ਗਿਆ ਤੇ ਨਾਲ ਹੀ ਖਤਮ ਹੋ ਜਾਣਾ ਜੀ। ਹਾਂਜੀ, ਆਤਮ ਸੋ ਸੰਬੰਧ ਬੁੱਧ ਪਾਏ। ਮਹਾਰਾਜ ਕਹਿੰਦੇ ਬੁੱਧੀ ਨੂੰ ਟਿਕਾਓ, ਭਜਨ ਵਿੱਚ ਲਾਓ, ਬੈਠ ਵੇ ਗਿਆਨੀਆਂ। ਬੁੱਧੀ ਮੰਡਲਾਂ ਦੇ ਮੰਡਲ ਵਿੱਚ ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਭਾਈ ਵੀਰ ਸਿੰਘ ਜੀ ਕਹਿੰਦੇ ਬੁੱਧੀ ਮੰਡਲ ਦੇ ਵਿੱਚ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉੱਥੇ ਜਾ ਕੇ ਇਹਦੀ ਸਮਝ ਪੈਂਦੀ ਹੈ। ਨਹੀਂ ਵਾਸਤਵ ਕਲਪਤ ਗਾਏ। ਮਹਾਰਾਜ ਕਹਿਣ ਲੱਗੇ ਉਹ ਸੰਬੰਧ ਵਾਸਤਵ ਨਹੀਂ ਕਲਪਤ ਹੈ।
ਭਾਵ ਪਤਾ ਲੱਗਦਾ ਵੀ ਇਹ ਸਭ ਕਲਪਨਾ ਹੀ ਹੈ, ਇਹ ਜਿੰਨੇ ਵੀ ਸੰਬੰਧ ਨੇ ਇਹ ਸੱਚਾਈ ਨਹੀਂ ਹੈ। ਬੁੱਧ ਸੋ ਮਨ ਸੰਬੰਧ ਹੋਏ ਜਾਵੇ। ਜਦੋਂ ਬੁੱਧੀ ਤੇ ਮਨ, ਮਹਾਰਾਜ ਕਹਿੰਦੇ ਇਹਨਾਂ ਦੋਵਾਂ ਦਾ ਸੰਬੰਧ ਬਣੇਗਾ, ਮਨ ਸੋ ਇੰਦਰੀ ਤਿਮ ਹੀ ਪਾਵੈ। ਫਿਰ ਉਹੋ ਹੀ ਸੰਬੰਧ ਅੱਗੋਂ ਮਨ ਤੋਂ ਇੰਦਰੀਆਂ ਤੱਕ ਪਹੁੰਚੇਗਾ। ਇੰਦਰੈ ਸੰਗ ਪਦਾਰਥ ਹੋਏ। ਤੇ ਇੰਦਰੀਆਂ ਦਾ ਸੰਗ ਅੱਗੋਂ ਪਦਾਰਥਾਂ ਨਾਲ ਪੈਂਦਾ ਹੈ। ਜਾਣਿਓ ਪਰੈ ਜਗਤ ਹੈ ਜੋਏ। ਤੇ ਫਿਰ ਬੰਦਾ ਸਮਝਦਾ ਇਹੋ ਹੀ ਜਗਤ ਹੈ। ਹੁਣ ਗੱਲ ਡੂੰਘੀ ਹੈ, ਨਿੱਕੀ ਜੀ ਉਦਾਹਰਣ ਦੇ ਦੇਣਾ, ਛੇਤੀ ਸਮਝ ਪੈ ਜੇ, ਸਮਾਂ ਸੰਪੂਰਨਤਾ ਦਾ ਹੋ ਗਿਆ। ਬੁੱਧ ਸੋ ਮਨ ਸੰਬੰਧ ਹੋਏ, ਜਦੋਂ ਬੁੱਧੀ ਤੇ ਮਨ ਇਕੱਠਾ ਹੋ ਜੇ, ਮਨ ਕਹਿੰਦਾ ਹੈ ਗੋਲ ਗੱਪੇ ਖਾਵਾਂ, ਆਖੋ ਵਾਹਿਗੁਰੂ ਵਾਹਿਗੁਰੂ। ਤੇ ਫਿਰ ਕੀ ਹੁੰਦਾ? ਮਨ ਸੋ ਇੰਦਰੀ ਤਿਮ ਹੀ ਪਾਵੈ। ਉਹ ਫਿਰ ਜਿਹੜਾ ਮਨ ਹੈ ਉਹ ਕਹਿੰਦੇ ਆ, ਬੁੱਧੀ ਤੇ ਮਨ ਇਕੱਠੇ ਹੋ ਕੇ ਗੋਲ ਗੱਪਿਆਂ ਦਾ ਫੁਰਨਾ ਬਣਾ ਲਿਆ। ਤੇ ਫਿਰ ਕੀ ਹੁੰਦਾ? ਉਹ ਫਿਰ ਗੋਲ ਗੱਪਿਆਂ ਤੱਕ ਆਪੇ ਹੀ ਪਹੁੰਚ ਜਾਂਦਾ ਸਰੀਰ, ਜਾਂ ਗੋਲ ਗੱਪੇ ਕਮਰੇ 'ਚ ਆ ਜਾਣਗੇ, ਘਰ ਆ ਜਾਣਗੇ। ਫਿਰ ਉਹ ਇੰਦਰੀ ਤੱਕ ਪਹੁੰਚਦੇ ਆ, ਭਾਵ ਜੀਵ ਤੱਕ ਪਹੁੰਚਦੇ ਆ। ਇੰਦਰੇ ਸੰਗ ਪਦਾਰਥ ਹੋਏ, ਜਾਣਿਓ ਪਰੇ ਜਗਤ ਹੈ। ਸੋ ਫਿਰ ਸਮਝਦਾ ਵੀ ਆ ਖਾਣ ਪੀਣ ਦੀਆਂ ਚੀਜ਼ਾਂ ਹੀ ਜਗਤ ਹੈਗਾ। ਆਖੋ ਵਾਹਿਗੁਰੂ। ਉਲਟ ਹੋ ਗਿਆ, ਪਹਿਲਾਂ ਅੰਦਰ ਦੀ ਗੱਲ ਦੱਸੀ, ਫਿਰ ਮਹਾਰਾਜ ਬਾਹਰ ਦੀ ਗੱਲ ਦੱਸਦੇ। ਹਾਂਜੀ, ਇੰਦਰੈ ਤੇ ਮਨ ਲਿਹੋ ਹਟਾਏ। ਮਹਾਰਾਜ ਕਹਿੰਦੇ ਪਹਿਲਾਂ ਇੰਦਰੀਆਂ ਤੋਂ ਮਨ ਰੋਕੋ, ਭਾਵ ਅੱਖਾਂ ਬੰਦ ਕਰੋ, ਇਹਨਾਂ ਨੂੰ ਭਜਨ ਵਿੱਚ ਲਾਵੋ, ਔਰ ਅੰਤਰ ਹੀ ਰਾਖ ਟਿਕਾਏ। ਇਹਨੂੰ ਅੰਦਰ ਟਿਕਾਓ, ਮਨ ਨੂੰ ਟਿਕਾਉਣਾ ਕਰੋ। ਮਿਟਹਿ ਜਗਤ ਆਤਮ ਸੋ ਮਿਲੈ। ਫਿਰ ਇਹ ਜਗਤ ਨਾਲੋਂ ਟੁੱਟੇਗਾ, ਆਪਣੀ ਆਤਮਾ ਨਾਲ ਮਨ ਜੁੜੇਗਾ। ਥਿਰਤਾ ਲਹੈ ਬਹੁਰ ਨਹਿ ਚਲੈ। ਫਿਰ ਇਹ ਟਿਕਾਓ ਵਿੱਚ ਆਏਗਾ, ਫਿਰ ਇਹ ਬਾਰ-ਬਾਰ ਮਨ ਨਹੀਂ ਭਟਕੇਗਾ। ਏਮ ਸ਼੍ਰੀ ਹਰਗੋਬਿੰਦ ਬਖਾਨਾ। ਇਸ ਤਰੀਕੇ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਦਿਜ ਔਰ ਅੰਤਰ ਕੀਨਸ ਧਿਆਨਾ। ਤੇ ਜਾਤੀ ਮਲਕ ਜੀ ਸਾਹਮਣੇ ਬੈਠੇ, ਅੱਖਾਂ ਬੰਦ ਕੀਤੀਆਂ, ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਸਿੱਧੀ ਆਤਮਾ ਤੱਕ ਪਹੁੰਚ ਹੋ ਗਈ ਜੀ। ਆਖੋ ਵਾਹਿਗੁਰੂ। ਜਿਹਨੂੰ ਅਭਿਆਸ ਦਾ ਟਾਈਮ ਲੱਗਦਾ ਨਾ ਜੀ, ਸਿੱਧੀ ਆਤਮਾ ਤੱਕ ਪਹੁੰਚ ਹੋ ਗਈ। ਗੁਰੂ ਕਿਰਪਾ ਤੇ ਖੁੱਲੇ ਕਪਾਟ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਜਾਤੀ ਮਲਕ ਜੀ ਦੇ ਫਿਰ ਕਪਾਟ ਖੁੱਲ ਗਏ। ਰਾਗ ਦ્વੈਸ਼ ਕੋ ਨਾਸਿਓ ਠਾਟ। ਰਾਗ ਦ્વੈਸ਼ ਪ੍ਰੇਮ ਈਰਖਾ ਸਭ ਕੁਝ ਨਾਸ਼ ਹੋ ਗਿਆ, ਅੰਦਰੋਂ ਖਤਮ ਹੋ ਗਿਆ। ਦੁਬਿਧਾ ਕੀ ਸਾਂਕਰ ਛੁੱਟ ਗਈ। ਉਹ ਦੁਬਿਧਾ ਦੀਆਂ ਸੰਗਲੀਆਂ ਜਿਹਨਾਂ ਨਾਲ ਬੱਜੀ ਪਈ ਸੀ ਨਾ ਆਤਮਾ, ਉਹ ਸਭ ਕੁਝ ਫਿਰ ਛੁੱਟ ਗਿਆ। ਬ੍ਰਿਤੀ ਸਰੂਪ ਵਿਖੈ ਥਿਰ ਭਈ। ਧਿਆਨ ਆਤਮ ਸਰੂਪ ਵਿੱਚ ਜਾ ਕੇ ਭਾਈ ਜਾਤੀ ਮਲਕ ਜੀ ਦਾ ਟਿਕ ਗਿਆ। ਆਪਨ ਹਿਰਦੈ ਮਹਿ ਅਚਰਜ ਜਾਨਾ। ਉਹ ਅਚਰਜ ਪਰਮੇਸ਼ਰ ਜਿਹੜੇ ਆ ਉਹ ਫਿਰ ਹਿਰਦੇ ਵਿੱਚ ਸਾਧ ਸੰਗਤ ਜੀ ਪ੍ਰਗਟ ਹੋ ਗਏ। ਦੇਖੋ ਅਚਰਜ ਭਇਆ, ਜਿਹ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਉਹ ਰੱਬ ਹਿਰਦੇ ਵਿੱਚ ਆ ਵਸਿਆ। ਪ੍ਰਾਪਤ ਰਸ ਭਾ ਆਨੰਦ ਮਹਾਨਾ। ਭਾਈ ਜਾਤੀ ਮਲਕ ਜੀ ਕਹਿੰਦੇ ਸੀ, ਸਤਿਗੁਰੂ ਬ੍ਰਾਹਮਣਿਆ ਦਕਸ਼ਣਾ ਮੰਗਣ ਆਇਆ, ਮੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੋ, ਇਹ ਦਕਸ਼ਣਾ ਦਿਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਿਹਰ ਕੀਤੀ, ਭਾਈ ਜਾਤੀ ਮਲਕ ਜੀ ਨੂੰ ਬ੍ਰਹਮ ਗਿਆਨ ਦਾ ਮਹਾਨ ਰਸ ਪ੍ਰਾਪਤ ਹੋ ਗਿਆ। ਨੇਤਰ ਮੂਦ ਕਰ ਕੇਤਕ ਕਾਲ। ਸਤਿਗੁਰੂ ਦੇ ਸਾਹਮਣੇ ਬੈਠੇ, ਅੱਖਾਂ ਬੰਦ ਨੇ, ਅੱਖਾਂ ਨਹੀਂ ਖੁੱਲ ਰਹੀਆਂ, ਆਤਮ ਵਿੱਚ ਧਿਆਨ ਜੁੜ ਗਿਆ। ਲਖਿਓ ਹਿਰਦੈ ਮਹਿ ਅਦਭੁਤ ਖਿਆਲ। ਬੰਦ ਅੱਖਾਂ ਵਿੱਚ ਅਚਰਜ ਕੌਤਕ ਦੇਖੇ, ਹੈਰਾਨੀ ਵਾਲੇ ਕੌਤਕ ਦੇਖੇ। ਬਹੁਰ ਗੁਰੂ ਬੈਠੇ ਟਿਗ ਹੀਰੇ। ਮਹਾਰਾਜ ਗਰੀਬ ਨਵਾਜ ਵੇਖਣ ਦੇ ਆ, ਜਾਤੀ ਮਲਕ ਦੀ ਸਮਾਧੀ ਲੱਗ ਗਈ ਹੈ। ਬੰਧਨ ਕਰ ਗੁਣ ਜਾਨ ਵਡੇਰੇ। ਆਖੋ ਵਾਹਿਗੁਰੂ ਵਾਹਿਗੁਰੂ। ਬੰਦਨਾ ਫਿਰ ਸਾਧ ਸੰਗਤ ਜੀ ਉੱਠੇ, ਜਾਤੀ ਮਲਕ ਜੀ ਉੱਠੇ, ਉਹਨਾਂ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ। ਸਾਧ ਸੰਗਤ ਜੀ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਸਾਵਧਾਨ ਹੋਏ। ਮਹਿਮਾ ਕਹੀ ਨਾ ਤੁਮ ਸਮ ਆਨ। ਕਹਿਣ ਲੱਗੇ ਗਰੀਬ ਨਵਾਜ ਮਹਾਰਾਜ, ਸਤਿਗੁਰੂ ਜੀ ਉਸਤਤ ਕਰਨ ਲੱਗੇ ਜੀ ਗੁਰੂ ਜੀ ਦੀ, ਮਹਾਰਾਜ
ਤੁਹਾਡੇ ਵਰਗਾ ਕੋਈ ਹੋਰ ਨਹੀਂ ਹੈ। ਕੋ ਉਪਮਾ ਮੈਂ ਕਰਾਉ ਬਖਾਨ। ਕਿਹਦੇ ਨਾਲ ਤੁਹਾਡੀ ਤਸ਼ਬੀਹ ਦਿਆਂ, ਕਿਹਦੇ ਨਾਲ ਤੁਲਨਾ ਕਰਾਂ, ਤੁਹਾਡੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਆਪਣਾਉ ਜਾਨ ਗਿਆਨ ਮੁਝ ਦੀਨ। ਮਹਾਰਾਜ ਮੈਨੂੰ ਆਪਣਾ ਜਾਣ ਕੇ ਗਿਆਨ ਬਖਸ਼ਿਸ਼ ਕੀਤਾ ਜੇ। ਹਾਂਜੀ, ਜਿਸ ਕੋ ਜੋਗੀ ਸਕਹਿ ਨ ਚੀਨ। ਜਿਸ ਆਤਮ ਪਦ ਦੀ ਪ੍ਰਾਪਤੀ ਜੋਗੀ ਵੀ ਨਹੀਂ ਕਰ ਸਕਦੇ, ਗੁਰੂ ਹਰਗੋਬਿੰਦ ਸਾਹਿਬ ਨੇ ਕੁਝ ਚਿਰ ਸਾਹਮਣੇ ਬਿਠਾ ਕੇ ਉਹ ਬਖਸ਼ਿਸ਼ ਕਰ ਦਿੱਤੀ ਜੀ। ਵਾਹਿਗੁਰੂ। ਸੋ ਇਹਦੇ ਤੋਂ ਅੱਗੇ ਹੁਣ ਪ੍ਰਸੰਗ ਅੱਜ ਦਾ ਸੰਪੂਰਨ ਹੈ। ਕੱਲ ਨੂੰ ਕਥਾ ਸਰਵਣ ਕਰਾਂਗੇ। ਭਾਈ ਜਾਤੀ ਮਲਕ ਸਾਹਿਬ ਜੀ ਕਿਵੇਂ ਸਰੀਰ ਤਿਆਗਦੇ ਹਨ। ਮਹਾਰਾਜ ਨੇ ਬਚਨ ਸੁਣਾਏ। ਵੇਖੋ ਅਸੀਂ ਤੇ ਗੱਲਾਂ ਪੜ੍ਹ ਕੇ ਸੁਣਾਉਣ ਵਾਲੇ ਹਾਂ, ਗੁਰੂ ਸਾਹਿਬ ਨੇ ਨਾਲ ਨਾਲ ਬਚਨ ਸੁਣਾਏ, ਨਾਲ ਨਾਲ ਕਿਰਪਾ ਵੀ ਕਰ ਦਿੱਤੀ ਜੀ। ਮਹਾਰਾਜ ਨੂੰ ਕਿਹਾ ਕਰੋ ਤੁਹਾਡੇ ਬਚਨ ਸੁਣ ਰਹੇ ਆ, ਨਾਲ ਨਾਲ ਸਾਡੇ ਤੇ ਕਿਰਪਾ ਵੀ ਕਰੋ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।